ਧੰਨਵਾਦ ਪਰਮੇਸ਼ਰ, ਸਾਰੇ ਧੰਨਵਾਦ। ਧੰਨਵਾਦ ਉਹ ਪਰਮੇਸ਼ਰ ਤੇਰਾ, ਧੰਨਵਾਦ। ਉਹ ਮੇਰੇ ਸਵਰਗੀ ਪਿਤਾ ਤੇਰਾ ਧੰਨਵਾਦ। ਅਲਫਾ ਤੇ ਮੇਗਾ ਤੇਰਾ ਧੰਨਵਾਦ। ਆਦ ਤੇ ਅਨੰਤ ਤੇਰਾ ਧੰਨਵਾਦ। ਮੇਰੇ ਜਿੰਦਾ ਪਰਮੇਸ਼ਰ, ਹਾਲੇਲੂਇਆ। ਪ੍ਰਭੂ ਜੀ ਤੇਰਾ ਧੰਨਵਾਦ, ਧੰਨਵਾਦ ਕਰਦੀ ਹਾਂ। ਧੰਨਵਾਦ ਤੇਰਾ, ਧੰਨਵਾਦ। ਧਰਤੀ ਆਕਾਸ਼ਾਂ ਦੇ ਮਾਲਕਾ ਤੇਰਾ ਧੰਨਵਾਦ। ਤਿੰਨਾਂ ਲੋਕਾਂ ਦੇ ਵਾਲੀ ਤੇਰਾ ਧੰਨਵਾਦ ਹੋ। ਧੰਨਵਾਦ ਹੋ ਪਰਮੇਸ਼ਰ ਜੀ, ਦਇਆ ਕਰੋ। ਹਾਲੇਲੂਇਆ। ਜਿਹੜਾ ਬਚਨ ਮੇਰੇ ਪਰਮੇਸ਼ਰ ਜੀ ਤੁਸੀਂ ਕਰਾਉਣ ਜਾ ਰਹੇ ਹਾਂ, ਹਾਲੇਲੂਇਆ, ਹਾਲੇਲੂਇਆ। ਤੁਸੀਂ ਆਪ ਕਿਰਪਾ ਕਰਕੇ ਉਸ ਬਚਨ ਨੂੰ ਬਹੁਤ ਛੋਟੇ ਲਫ਼ਜ਼ਾਂ ਦੇ ਵਿੱਚ ਬੰਦ ਕਰੋ, ਤਾਂ ਕਿ ਪ੍ਰਭੂ ਮੈਨੂੰ ਨਹੀਂ ਪਤਾ ਲੱਗਦਾ ਕਿ ਮੈਂ ਆਪਣੀ ਲਾਈਫ ਦੀ ਟੈਸਟਮਨੀ ਕਿਸ ਢੰਗ ਦੇ ਨਾਲ ਦੇਵਾਂ, ਕਿੱਥੋਂ ਸ਼ੁਰੂ ਕਰਾਂ ਅਤੇ ਕਿੱਥੋਂ, ਕਿਉਂਕਿ ਪ੍ਰਭੂ ਜੀ ਤੁਹਾਨੂੰ ਪਤਾ ਹੈ ਕਿ ਮੇਰੀ ਬਚਪਨ ਤੋਂ ਲਗਨ ਹੋਣ ਕਰਕੇ ਮੇਰੀ ਲੰਬੀ ਟੈਸਟਮਨੀ ਆ ਪਿਤਾ, ਅਤੇ ਮੇਰੇ ਤੋਂ ਦਿੱਤੀ ਨਹੀਂ ਜਾਂਦੀ, ਪਰ ਟੂ ਲੌਂਗ ਹੋ ਜਾਂਦੀ ਆ, ਤਾਂ ਮੈਂ ਬਹੁਤ ਛੋਟੇ ਢੰਗ ਦੇ ਨਾਲ ਸੁਣਾਉਣੀ ਆ, ਅਤੇ ਤੁਸੀਂ ਦਇਆ ਕਰੋ ਕਿ ਮੇਰੇ ਕੋਲ ਛੋਟਾ ਢੰਗ ਕੋਈ ਵਰਤ ਨਹੀਂ ਹੁੰਦਾ, ਜਿਹੜਾ ਤੁਸੀਂ ਵਰਤੋਗੇ ਉਹ ਸਹੀ ਹੋਊਗਾ। ਹੇ ਮੇਰੇ ਪਿਤਾ, ਤੇ ਪ੍ਰਭੂ ਜੀ ਤੁਹਾਡੀਆਂ ਸੋਚਾਂ ਅਸਮਾਨਾਂ ਤੋਂ ਉੱਪਰ ਆ, ਪਤਾਲਾਂ ਤੋਂ ਥੱਲੇ ਆ, ਜਿਹਦਾ ਦਾ ਕੋਈ ਅੰਤ ਨਹੀਂ ਹੈਗਾ। ਹਾਲੇਲੂਇਆ। ਮੇਰੇ ਪਰਮੇਸ਼ਰ ਦਇਆ ਕਰੋ, ਮਿਹਰ ਕਰੋ, ਕਿਰਪਾ ਕਰੋ। ਆਪਣੇ ਦੂਤਾਂ ਨੂੰ ਬੁੱਲ੍ਹਾਂ 'ਤੇ ਬਿਠਾਓ, ਪਹਿਰਾ ਲਾਓ, ਤਾਂ ਕਿ ਇਹ ਬਚਨ ਜਿਹੜੇ ਮੇਰੇ ਪ੍ਰਭੂ ਜੀ ਤੇਰੀ ਦਾਤ ਦਿੱਤੀ ਹੋਈ ਆ, ਇਹ ਸੁਣਾਉਣ ਦੀ ਮਿਹਰ ਹੋਵੇ। ਆਮੀਨ, ਆਮੀਨ। ਮੇਰੀ ਸਭ ਪਿਆਰੀ ਪ੍ਰੇਮੀ ਜਨੋ, ਸਭ ਨੂੰ ਮੈਂ ਪ੍ਰੇਜ਼ ਦਾ ਲੋਡ ਕਰਦੀ ਹਾਂ, ਨਮਸਕਾਰ ਕਰਦੀ ਹਾਂ। ਮੈਂ ਟੈਸਟਮਨੀ ਆਪਣੀ ਸੁਣਾਉਣ ਜਾ ਰਹੀ ਹਾਂ। ਮੇਰਾ ਨਾਮ ਹਰਭਜਨ ਕੌਰ ਹੈ, ਔਰ ਟੈਸਟਮਨੀ ਮੈਂ ਸੁਣਾਉਣ ਜਾ ਰਹੀ ਹਾਂ, ਪਰ ਮੈਂ ਪਹਿਲਾਂ ਵੀ ਟੈਸਟਮਨੀ ਭਰੀ ਸੀਗੀ, 2 ਦਿਨ ਹੀ ਪਹਿਲਾਂ, 2-3 ਦਿਨ ਹੋਏ, ਪਰ ਬਹੁਤ ਲੰਬੀ, ਕਿਉਂਕਿ ਮੈਨੂੰ ਯਾਦ ਹੀ ਭੁੱਲ ਜਾਂਦਾ ਆ ਕਿ ਮੇਰੀ ਰੱਬ ਨੇ, ਪ੍ਰਭੂ ਨੇ ਮੈਨੂੰ ਇੱਦਾਂ ਦਾ ਹੀ ਬਣਾਇਆ ਹੈ ਮਸਤ। ਮੈਨੂੰ ਯਾਦ ਹੀ ਭੁੱਲ ਜਾਂਦਾ ਕਿ ਮੈਂ ਟੈਸਟਮਨੀ ਦੀ ਗੱਲ ਕਰਨੀ ਹੈ। ਮੈਂ ਉਦੋਂ ਛੱਡ ਕੇ ਅਤੇ ਕਥਾ ਕਹਾਣੀਆਂ ਵਿੱਚ ਤੁਰ ਪੈਂਦੀ ਆਪਣੀ ਜ਼ਿੰਦਗੀ ਦੀਆਂ ਲੈ ਕੇ, ਮਤਲਬ ਕਿ ਪ੍ਰਭੂ ਦੀਆਂ ਬਚਨਾਂ ਦੀਆਂ ਗੱਲਾਂ ਉੱਧਰ ਦੀਆਂ ਕਰਨ ਲੱਗ ਜਾਂਦੀਆਂ। ਮੇਰੇ ਤੋਂ ਉਹ ਨਹੀਂ ਸਹੀ ਕਰ ਹੋਇਆ, ਮੈਂ ਫਿਰ ਉਹਨੂੰ ਢਾਹ ਦਿੱਤਾ। ਸੋ ਕੁਛ ਸਰੋਤਿਆਂ ਨੇ ਇਹਨੂੰ ਜ਼ਰੂਰ ਦੇਖਿਆ ਵੀ ਆ, ਮਰ ਪਏ, ਮੈਂ ਫਿਰ ਉਹ ਬਲੌਕ ਕਰ ਦਿੱਤੀ, ਢਾਹ ਦਿੱਤੀ ਆ। ਹੁਣ ਨਵੀਂ ਅੱਜ ਪ੍ਰਭੂ ਅਗੇ ਮਿਹਨਤ ਕੀਤੀ ਆ ਕਿ ਪ੍ਰਭੂ ਜੀ ਨੂੰ ਬਹੁਤ ਛੋਟੇ ਢੰਗ ਦੇ ਨਾਲ ਪੇਸ਼ ਕਰੋ, ਕਿ ਜਿਹੜੀ ਇਹ ਤਕਰੀਬਨ 2 ਘੰਟਿਆਂ ਦੇ ਅੰਦਰ ਇਹ ਜਿਹੜੀ ਆ ਇਹ ਸਮਾਪਤੀ ਹੋਵੇ, ਤਾਂ ਕਿ ਬਾਅਦ ਵਿੱਚ ਇਹ ਪਿਆਰੀ ਸਾਧ ਸੰਗਤ ਜੀ ਜਦੋਂ ਬਚਨ ਬਿਲਾਸ ਕਰਾਂਗੇ, ਆਸਤੇ ਹਰ ਦਿਨ ਬਚਨ ਕਰੀਦੇ ਆ ਪਰਮੇਸ਼ਰ ਦੇ, ਉਹਨਾਂ ਦੇ ਵਿੱਚ ਮੈਂ ਇੱਕ ਕਰਕੇ ਆਪਣੀ ਵਾਰਤਾ ਕਰਕੇ ਵੈਸੇ ਸੁਣਾਉਂਦੀ ਜਾਊਂਗੀ ਟੈਸਟਮਨੀ ਟਾਈਪ ਤਰ੍ਹਾਂ, ਪਰ ਹੁਣ ਮੈਂ ਮੋਟੀ ਆਪਣੇ ਪ੍ਰੇਮੀ ਜਨ ਨੂੰ ਦੱਸ ਰਹੀ ਹਾਂ ਕਿ ਭਾਈ ਕਿਸ ਤਰ੍ਹਾਂ ਮੈਨੂੰ ਲਗਨ ਬਚਪਨ ਤੋਂ ਸੀ, ਜਿਉਂ ਤੋਤਲੀ ਜ਼ੁਬਾਨ ਖੁੱਲ੍ਹੀ ਸੀ, ਔਰ ਉਦੋਂ ਤੋਂ ਮੈਨੂੰ ਲਗਨ ਸੀਗੀ। ਇਹ ਸਭ ਸੱਚਾਈ ਆ ਕਿ ਮੇਰੇ ਇਸ ਵੇਲੇ ਵੀ ਜਿਹੜੇ ਮੇਰੇ ਭੈਣ ਭਰਾ ਔਰ ਰਿਸ਼ਤੇਦਾਰ ਔਰ ਮੇਰੀਆਂ ਸੰਗਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ਜਾਣਦੇ ਆ ਕਿ ਛੋਟੀ ਉਮਰ ਤੋਂ ਇੰਗਲੈਂਡ ਵਿੱਚ ਆ, ਅਤੇ ਇਹ ਸਾਰੇ ਜਾਣਦੇ ਆ ਕਿ ਉਹ ਚੀਜ਼ ਨਹੀਂ ਸੀ ਕਿ ਜਿਹੜਾ ਕਿ ਕਦੇ ਵੀ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ, ਜਿਹੜੇ ਲੋਕ ਇੱਦਾਂ ਦੀਆਂ ਗੱਲਾਂ ਕਰ ਦਿੰਦੇ ਆ। ਵੈਸੇ ਮੈਂ ਇਹ ਗੱਲ ਕਹੂੰਗੀ ਬੇਨਤੀ ਕਰਕੇ ਵੀ ਕਦੀ ਕਿਸੇ ਨੂੰ ਇੱਦਾਂ ਦੀ ਗੱਲ ਨਾ ਕਿਹਾ ਕਰੋ, ਕਿਉਂ ਆਮ ਜਨਤਾ ਜਿਹੜੀ ਆ ਅਸੀਂ ਆਪਣੇ ਖਿਆਲਾਂ 'ਚੋਂ ਤਰ੍ਹਾਂ ਦੇ 'ਚੋਂ ਨਿਕਲਦੇ ਹਾਂ, ਅਤੇ ਜਦੋਂ ਮਿਹਰ ਹੁੰਦੀ ਆ ਸਾਡੇ ਉੱਤੇ, ਕਿਸੇ 'ਤੇ ਵੀ ਜਦੋਂ ਮਿਹਰ ਹੁੰਦੀ ਆ, ਅਤੇ ਪ੍ਰਭੂ ਪਰਮੇਸ਼ਰ ਉਹ 'ਤੇ ਦਇਆ ਕਰਦਾ ਆ, ਅਤੇ ਜਿਹਦੇ 'ਤੇ ਦਇਆ ਕਰਦਾ ਆ ਉਹਦਾ ਸ਼ੁਕਰ ਮਨਾਉਣਾ ਚਾਹੀਦਾ, ਸਾਨੂੰ ਖੁਸ਼ੀ ਹੋਣੀ ਚਾਹੀਦੀ ਹੈ, ਨਾ ਕਿ ਉਹਨੂੰ ਟਿਚਰਾਂ ਕਰਨੀਆਂ ਚਾਹੀਦੀਆਂ। ਸਾਡਾ ਫਰਜ਼ ਬਣਦਾ ਵੀ ਸ਼ੁਕਰਿਆ ਭਾਈ, 900 ਚੂਹਾ ਇੱਦਾਂ ਨਾ ਕਹੋ ਵੀ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ, ਕਹੋ ਸ਼ੁਕਰਿਆ ਚਲੇ ਤੇ ਗਈ। ਅਸੀਂ ਤਾਂ 900 ਚੂਹਾ ਖਾ ਕੇ ਵੀ ਨਹੀਂ ਹੱਜ ਨੂੰ ਜਾਂਦੇ, ਜਾਂ ਮਤਲਬ ਭਾਵ ਕਿ ਅਸੀਂ ਤਾਂ ਮੁੜਦੇ ਹੀ ਨਹੀਂ, ਭਾਵੇਂ ਵਡੇਪਾ ਵੀ ਆ ਜਾਏ, ਸਾਡੀ ਤਾਂ ਹਾਲਤ ਇੱਦਾਂ ਦੀ ਰਹਿੰਦੀ ਆ। ਪਰ ਪਰਮੇਸ਼ਰ ਦੀ ਦਇਆ ਰਹੀ, ਲਗਨ ਬਚਪਨ ਤੋਂ ਬਹੁਤ ਜ਼ਿਆਦਾ ਸੀ, ਔਰ ਜਵਾਨੀ ਬਾਰੇ 'ਚ ਬਹੁਤ ਜ਼ਿਆਦਾ ਤੜਫ ਵੱਧ ਗਈ ਸੀਗੀ, ਬਹੁਤ ਜ਼ਿਆਦਾ। ਹਿਸਟਰੀ ਤਾਂ ਹੀ ਉਹ ਮੈਨੂੰ ਪਤਾ ਨਹੀਂ ਲੱਗਦਾ ਵੀ ਕਿਹੜੀ ਸਟੋਰੀ ਆਪਣੀ ਦੱਸਾਂ, ਕਿੱਦਾਂ ਹੋਈ ਮੇਰੇ ਨਾਲ, ਕਿੱਦਾਂ ਹੋਈ। ਔਰ ਮੈਨੂੰ ਭੁੱਖ ਸੀ ਪਰਮੇਸ਼ਰ ਦੇ ਪ੍ਰੇਮ ਦੀ, ਕਿ ਮੈਂ ਆਤਮਾ ਅਤੇ ਪਰਮਾਤਮਾ ਨੂੰ ਮਿਲਣਾ ਆ। ਬਾਕੀ ਮੇਰੇ ਪੇਕੇ ਘਰ ਵਿੱਚ, ਮੇਰੇ ਸਹੁਰੇ ਘਰ ਵਿੱਚ ਕੋਈ ਕਮੀ ਕਿਸੇ ਚੀਜ਼ ਦੀ ਨਹੀਂ ਸੀ। ਬਹੁਤ ਪਰਮੇਸ਼ਰ ਦੀ ਦਇਆ ਸੀ ਦੋਨਾਂ ਪਰਿਵਾਰਾਂ ਦੇ ਉੱਤੇ ਹਰ ਪੱਖੋਂ, ਅਤੇ ਕੋਈ ਵੀ ਇੱਦਾਂ ਦੀ ਮਤਲਬ ਕਿ ਤੰਗੀ ਨਹੀਂ ਸੀ ਕਿ ਮਤਲਬ ਕਿ ਕਿਸੇ ਕਿਸਮ ਦੀ ਵੀ ਕੋਈ ਤੰਗੀ ਹੋਵੇ।
ਮਗਰ ਤੜਫ ਸੀ ਮੈਨੂੰ ਇਹ ਸਭ ਕੁਝ ਹੁੰਦਿਆਂ ਹੋਇਆਂ ਰੱਬ ਨੇ ਬੱਚੇ ਵੀ 2 ਦਿੱਤੇ, ਬਹੁਤ ਨੇਕ ਔਰ ਸਭ ਕੁਝ ਸਹੀ ਔਰ ਹਰ ਚੀਜ਼ ਵਾਧੂ। ਪਰ ਮੈਨੂੰ ਬਚਪਨ ਨਿੱਕੇ ਨਿੱਕੇ ਬੱਚੇ ਸੀ, ਪਰ ਮੇਰੀ ਤੜਫ ਇੰਨੀ ਸੀ ਕਿ ਮੇਰੇ ਕੋਲ ਸਿਹਾ ਹੀ ਨਹੀਂ ਜਾਂਦਾ ਸੀਗਾ। ਇਹ ਵਿਛੋੜਾ ਪਰਮੇਸ਼ਰ ਦਾ ਮੇਰੇ ਕੋਲੋਂ ਸਿਹਾ ਨਹੀਂ ਜਾਂਦਾ ਸੀਗਾ। ਅੱਜ ਤੋਂ 50 ਸਾਲ ਬਣੇ ਹੋਏ ਗੀਤ ਮੇਰੇ ਕੋਲ ਪਏ ਸੀਗੇ। ਫਿਰ 15 ਸਾਲ ਉਹਨਾਂ ਨੂੰ ਥੋੜ੍ਹੇ ਜਿਹੇ ਗੀਤਾਂ ਨੂੰ ਰਿਕਾਰਡ ਵੀ ਕੀਤਾ CD ਦੇ ਵਿੱਚ। ਇੱਕ ਮੂਵੀ ਵੀ ਬਹੁਤ ਪਹਿਲੀ ਉਮਰ ਦੇ ਵਿੱਚ ਬਣੀ ਜਿਹਦਾ ਨਾਂ ਜੈਸੀ ਕਰਨੀ ਵੈਸੀ ਭਰਨੀ। ਉਹ ਵੀ ਸਾਰੀ ਗੁਰਬਾਣੀ ਦੇ ਤੌਰ 'ਤੇ ਕਿ ਕਿੰਨਾ ਮੇਰਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਸੀ ਔਰ ਇੱਕ ਇੱਕ ਲਫ਼ਜ਼ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿੱਥੋਂ ਮਰਜ਼ੀ ਪੁੱਛੋ, ਇੰਨਾ ਮੈਂ ਕੋਈ ਗਿਆਨੀ ਨਹੀਂ, ਕੋਈ ਕੁਛ ਨਹੀਂ, ਮੇਰੇ ਕੋਲ ਕੋਈ ਗੁਣ ਨਹੀਂ ਹੈਗਾ, ਪਰ ਪਰਮੇਸ਼ਰ ਦੀ ਦਇਆ ਸੀ ਕਿ ਉਹ ਜ਼ੁਬਾਨੀ ਕੰਠ ਹੁੰਦੇ ਸੀ। ਔਰ ਬਚਪਨਾਂ ਦੇ ਸਕੂਲ ਵਿੱਚ ਜੋ ਗੀਤ ਅੱਜ ਤੱਕ ਧਾਰਮਿਕ ਗੀਤ ਗਾਏ ਤੋਤਲੀ ਜ਼ੁਬਾਨ ਨਾਲ, ਉਹ ਮੇਰੀ ਜ਼ੁਬਾਨੀ ਕੰਠਾਂ ਕਿਤੇ ਲਿਖੇ ਹੋਏ ਨਹੀਂ। ਇਸ ਵੇਲੇ ਨਹੀਂ ਮੈਂ ਸੁਣਾਉਣ ਬੈਠਣਾ, ਕਿਉਂਕਿ ਹੁਣ ਅੱਜ ਪਰਮੇਸ਼ਰ ਨੇ ਮੇਰੇ ਤੋਂ ਟੈਸਟਮਨੀ ਹੀ ਸੁਣਾਉਣੀ ਆ। ਮੈਂ ਵਿੱਚ ਵਿੱਚ ਉਹਨਾਂ ਗੀਤਾਂ ਨੂੰ, ਆਪਣੇ ਬਚਪਨ ਵਾਲੇ ਗੀਤਾਂ ਨੂੰ, ਆਪਣੀ 6 ਸਾਲ ਦੀ ਉਮਰ 5 ਸਾਲ ਦੀ ਉਮਰ ਦੇ ਗੀਤ ਜਿਹੜੇ ਜ਼ੁਬਾਨੀ ਕੰਠ ਕੀਤੇ ਹੋਏ ਗਾਏ ਹੋਏ ਉਹ ਸੁਣਾਉਂਗੀ। ਕਿਉਂਕਿ ਮੈਨੂੰ ਲੱਗਣ ਇੱਕੋ ਹੀ ਸੀ ਕਿ ਮੈਂ ਪ੍ਰਭੂ ਮੈਂ ਪਰਮੇਸ਼ਰ ਤੈਨੂੰ ਮਿਲਣਾ, ਐਸੇ ਜਨਮ 'ਚ ਮਿਲਣਾ ਆ, ਮੈਂ ਮੁੜ ਕੇ ਜਨਮ ਨਹੀਂ ਲੈਣਾ। ਕਿਸੇ ਦੁੱਖ ਤੋਂ ਬਗੈਰ ਤੜਫ ਇੰਨੀ ਸੀ, ਨਾ ਕੋਈ ਐਸਾ ਦੁੱਖ ਸੀ, ਨਾ ਕੋਈ ਸਰੀਰਕ, ਨਾ ਕੋਈ ਮਾਇਆ ਦੀ ਭੁੱਖ, ਨਾ ਕਾਸੇ ਦੀ, ਪਰ ਤੜਫ ਸੀ ਰੱਬ ਨੂੰ ਮਿਲਣਾ। ਇਹ ਦੁਨੀਆ ਮੈਨੂੰ ਡਰਾਮਾ ਲੱਗਦਾ ਸੀ ਕਿ ਇਹ ਸੁਪਨਾ ਆ। ਅਤੇ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਦੇ 9ਵੀਂ ਪਾਤਸ਼ਾਹ ਦੇ ਸਲੋਕ ਆ, ਜਗ ਸੁਪਨੇ ਜੋ ਜਾਨ ਹੈ ਜਾਨ ਰੇ ਹੋ ਰੇ ਮੀਤ, ਕਹੋ ਨਾਨਕ ਤਿਰ ਨਾ ਰਹੇ ਜੋ ਬਾਲੂ ਕੀ ਪੀਤ, ਰਾਮ ਗਿਓ ਰਾਵਨ ਗਿਓ ਜਾਕੋ ਬਹੁ ਪਰਿਵਾਰ, ਕਹੋ ਨਾਨਕ थिर किछ नहीं सुपने जो संसार, फिर चिंता ताकि कीजिए जो अनहोनी होए, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਤੋ ਇਹ ਗੱਲਾਂ ਜਿਹੜੀਆਂ ਸੀ ਅੰਦਰ ਵੜ ਗਈਆਂ ਸੀਗੀਆਂ, ਕਿਉਂਕਿ ਗੁਰਬਾਣੀ ਸਾਨੂੰ ਪਰਮੇਸ਼ਰ ਦੇ ਨਾਲ ਸਿੱਧਾ ਜੋੜਦੀ ਆ। ਪਰ ਇਹ ਕਿਸਮਤ ਸਾਡੀ ਆ ਕਿ ਸਾਨੂੰ ਸਮਝ ਨਹੀਂ ਆਉਂਦੀ, ਕਿਉਂਕਿ ਸਾਨੂੰ ਸਮਝਾਉਣ ਵਾਲੇ ਜਿਹੜੇ ਆ ਉਹ ਮੋੜ ਘੇੜ ਕੇ ਗੱਲ ਉੱਥੇ ਲੈ ਆਉਂਦੇ ਆ ਕਿ ਪਰਮੇਸ਼ਰ ਵੱਲੋਂ ਮਤਲਬ ਕਿ ਸਿੱਧੀ, ਜਿਸ ਤਰ੍ਹਾਂ ਗੁਰੂ ਨੇ ਬਾਣੀ ਗੁਰੂਆਂ ਨੇ ਰਚਨਾ ਕੀਤੀ ਆ, ਪਰਮੇਸ਼ਰ ਦੇ ਨਾਲ ਧੁਨ ਉਹਨਾਂ ਦੀ ਜੁੜੀ ਆ ਸਿੱਧੀ, ਕਿ ਉੱਥੇ ਦੇ ਉਹ ਬਾਣੀ ਉਤਰਦੀ ਆ ਅਤੇ ਉਹ ਕਹਿੰਦੇ ਮਰਦਾਨਿਆਂ ਰਵਾਬ 'ਤੇ ਹੱਥ ਰੱਖ ਬਾਣੀ ਆਈ ਆ, ਹੈ ਨਾ। ਅਤੇ ਇਸ ਤਰ੍ਹਾਂ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਤਿਕਾਰ ਬਹੁਤ ਕਰਦੀ ਹਾਂ ਔਰ ਕਰਦੀ ਰਹੂੰਗੀ। ਕਿਉਂ? ਪਰ ਇਹ ਸਾਡੀ ਮੂਰਖਤਾਈ ਸੀ ਕਿ ਸਾਨੂੰ ਸਮਝ ਨਹੀਂ ਲੱਗਦੀ ਸੀਗੀ। ਜਦੋਂ ਉਹਨੇ ਕਿਰਪਾ ਕੀਤੀ, ਐਵੇਂ ਨਹੀਂ ਲੱਗ ਗਏ ਛੇਤੀ ਕੀਤੇ, ਜਿੱਦਾਂ ਨਾ ਕਹਿੰਦੇ ਹੁੰਦੇ ਬਈ ਬਹੁਤ ਬਹੁਤ ਦੁੱਖ ਸਹਿ ਕੇ ਇਸ ਰਸਤੇ ਦੇ ਤਾਂ ਜਾ ਕੇ ਸਮਝ ਲੱਗੀ। ਅਤੇ ਫਿਰ ਕਿਹਾ ਵੀ ਹੁਣ ਤਾਂ ਮਤਲਬ ਐਂਡ 'ਤੇ ਕੀ ਕਹਿਣਾ, ਜਦੋਂ ਕੋਈ ਚਾਰਾ ਹੀ ਨਹੀਂ ਸੀਗਾ। ਅਤੇ ਚਾਰਾ ਇਹ ਨਹੀਂ ਸੀਗਾ ਕਿ ਮੈਨੂੰ ਲਗਨ ਕਰਕੇ, ਤੜਫ ਕਰਕੇ ਹਰ ਚੀਜ਼ ਮੈਂ ਆਤਮਾ ਅਤੇ ਪਰਮਾਤਮਾ ਦੀ ਟੋਲਦੀ ਹੁੰਦੀ ਸੀ ਵੀ ਕਿੱਥੋਂ ਮੈਨੂੰ ਮਿਲੇ, ਕਿੱਥੋਂ ਰੱਬ ਦੀ ਲਗਨ ਹੋਵੇ, ਕਿੱਥੋਂ। ਅਤੇ ਬਾਣੀ ਜਿਹੜੀ ਸੀ, ਬਾਣੀ ਜਿਹੜੇ ਅਰਥ ਸੀਗੇ ਉਹ ਮੈਨੂੰ ਸਾਰੇ ਟੁੰਬਦੇ ਸੀ ਪਰਮੇਸ਼ਰ ਦੇ ਉੱਪਰ। ਅਕਾਲ ਪੁਰਖ ਜਿਹਨੇ ਧਰਤੀ ਬਣਾਈ ਆ, ਜਿਹਨੇ ਅਸਮਾਨ ਬਣਾਇਆ, ਜਿਹਨੇ ਹਵਾ ਬਣਾਈ, ਜਿਹਨੇ ਪ੍ਰਕਾਸ਼ ਬਣਾਇਆ, ਜਿਹਨੇ ਅੱਗ ਬਣਾਈ, ਜਿਹਨੇ ਸਭ ਕੁਛ ਬਣਾਇਆ, ਲਿਖਿਆ ਹੋਇਆ ਔਰ ਰਹਿਰੀ ਗੁਰਬਾਣੀ ਵਿੱਚ ਸੱਚੀ ਮੁੱਚੀ ਲਿਖਿਆ ਹੋਇਆ। ਸ਼ਬਦੋ ਧਰਤੀ ਸ਼ਬਦ ਆਕਾਸ਼, ਸ਼ਬਦੋ ਸ਼ਬਦ ਪਿਆ ਪ੍ਰਕਾਸ਼, ਅਤੇ ਸੱਚੀ ਮੁੱਚੀ ਸ਼ਬਦ ਦੇ ਨਾਲ ਹੀ ਸਾਰਾ ਕੁਛ ਹੋਇਆ ਸੀ। ਅਤੇ ਆਦਮ ਅਤੇ ਹਵਾ ਨੂੰ ਮੇਰੇ ਪਰਮੇਸ਼ਰ ਨੇ ਹੱਥਾਂ ਨਾਲ ਬਣਾਇਆ ਸੀ, ਅਤੇ ਅਸੀਂ ਉਹਨਾਂ ਦੀ ਔਲਾਦ ਹਾਂ ਜੋ ਅਸੀਂ ਭੁੱਲ ਗਏ ਹਾਂ। ਬਸ ਗੱਲ ਇੱਥੇ ਆ ਕਿ ਅਸੀਂ ਆਪਣਾ ਬਹੁਤ ਦੂਰ ਪਿਛੋਕੜ ਹੋਣ ਕਰਕੇ ਉਹਨੂੰ ਭੁੱਲ ਗਏ ਹਾਂ। ਇਸ ਕਰਕੇ ਟੈਸਟਮਨੀ ਇਸ ਤਰ੍ਹਾਂ ਦੀ ਆ ਕਿ ਲਗਨ ਬਹੁਤ, ਤੜਫ ਬਹੁਤ। ਤਾਂ ਇੱਕ ਦਿਨ ਮੈਂ ਵਾਹਿਗੁਰੂ ਦਾ ਸਿਮਰਨ ਕਰਦੀ ਹੁੰਦੀ ਸੀ। ਬਸ ਵਾਹਿਗੁਰੂ ਵਾਹਿਗੁਰੂ ਦੇ ਵਿੱਚ ਮੈਨੂੰ ਵਿਰਾਗ ਅਤੇ ਹੰਝੂ, ਗੁਰਬਾਣੀ ਜਿੰਨੀ ਵਿਰਾਗਮਈ ਬਾਣੀ ਕੰਠ, ਪੁੱਛੋ ਨਾ ਤੁਸੀਂ ਕਿੰਨੀ ਗੁਰਬਾਣੀ ਵਿਰਾਗਮਈ ਕੰਠ ਇਸ ਹਿਰਦੇ ਵਿੱਚ ਪਰਮੇਸ਼ਰ ਨੇ ਭਰੀ ਪਈ ਆ, ਉਹ ਕਦੀ ਭੁੱਲ ਨਹੀਂ ਸਕਦੀ। ਜਿੱਥੋਂ ਇੰਨਾ ਮੈਂ ਰੋਂਦੀ ਰਹਿੰਦੀ ਸੀ, ਇੰਨਾ। ਇੱਕ ਮੈਂ ਭੋਰਾ ਬਣਾ ਲਿਆ ਸੀਗਾ ਜਿੱਦਾਂ ਕਬੜ ਦਾ ਭੋਰਾ, ਅਤੇ ਉਹਦੇ ਵਿੱਚ ਆਪਣਾ ਉਹਦੇ 'ਚ ਹੀ ਸਿਮਰਨ ਕਰਨਾ ਰਾਤ ਨੂੰ, ਉਹਦੇ 'ਚ ਬੈਠ ਜਾਣਾ ਅਤੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ, ਬਸ। ਅਤੇ ਬਾਕੀ ਬਾਣੀ ਦਿਨੇ ਪੜ੍ਹਨੀ, ਪਰ ਭੋਰੇ 'ਚ ਬਹਿ ਕੇ ਬਸ ਨੇਰ 'ਚ ਸਿਮਰਨ ਕਰਨਾ। ਅਤੇ ਕਿਉਂਕਿ ਆਮ ਸੰਤਾਂ ਦਾ ਸੱਚਾਈ ਕਹਿਣਾ ਕਿ ਤੁਸੀਂ ਇਸ ਸ਼ਬਦ ਦਾ ਸਿਮਰਨ ਕਰੋ, ਅਤੇ ਇਹਦੇ ਨਾਲ ਹੀ ਸਾਰੀਆਂ ਪਰਮੇਸ਼ਰ ਤੁਹਾਨੂੰ ਆਪਣੇ ਘਰ ਵਿੱਚ ਲੈ ਜਾਊਗਾ। ਅਤੇ ਮਤਲਬ ਕਿ ਮੈਂ ਉਹੀ ਚੀਜ਼ ਕਰਦੀ ਸੀ ਵੀ ਪਰਮੇਸ਼ਰ ਤੂੰ ਮੈਨੂੰ ਆਪਣੇ ਘਰ ਵਿੱਚ ਲੈ ਜਾ।
ਮੈਨੂੰ ਸਭ ਕੁਝ ਦੁਨੀਆ ਤੇ ਕੌੜਾ ਲੱਗੇ, ਇੱਕੋ ਨਾਮ ਤੇਰਾ ਮੈਨੂੰ ਮਿੱਠਾ ਲੱਗੇ। ਸਭ ਕੁਝ ਹੋ ਜਾਏ ਕੌੜਾ, ਸਭ ਕੁਝ ਮੇਰੇ ਲਈ ਕੌੜਾ ਲੱਗੇ, ਇੱਕ ਤੂੰ ਮੈਨੂੰ ਮਿੱਠਾ ਲੱਗੇ। ਅਤੇ ਇਸੇ ਤਰ੍ਹਾਂ ਹੀ ਕਰਦਿਆਂ ਕਰਦਿਆਂ ਸਿਮਰਨ ਤੇ ਮੈਂ ਆਪਣੀ ਅਮਰੀਕਾ ਦੀ ਗੱਲ ਆ, ਅਮਰੀਕਾ ਵਿੱਚ ਵੀ ਅਸੀਂ ਕਾਫੀ ਲਾਈਫ ਅਮਰੀਕਾ ਵਿੱਚ ਵੀ ਰਹੇ ਹਾਂ ਅਤੇ ਬਚਪਨ ਤੋਂ ਇੰਗਲੈਂਡ ਆਏ ਹਾਂ ਔਰ ਵਾਪਸ ਫਿਰ ਇੰਗਲੈਂਡ ਆ। ਅੱਛਾ ਜੀ, 22-23 ਸਾਲ ਵੀ ਅਸੀਂ ਅਮਰੀਕਾ ਵਿੱਚ ਰਹੇ ਹਾਂ। ਮੇਰੀ ਇੱਕ ਫਰੈਂਡ ਅਮਰੀਕਾ ਦੇ ਵਿੱਚ ਹੀ, ਜਦੋਂ ਛੋਟੇ ਛੋਟੇ ਬੱਚੇ ਸੀ, ਜਦ ਅਸੀਂ ਅਮਰੀਕਾ ਚਲੇ ਗਏ ਸੀਗੇ, ਦੇ ਬੱਚਿਆਂ ਦੇ ਜਨਮ ਇੰਗਲੈਂਡ ਦੇ ਆ। ਪਰ ਜਦੋਂ ਮੇਰੀ ਫਰੈਂਡ ਆ, ਉਹਦੇ ਘਰ ਇੱਕ ਸੰਤਾਂ ਦੇ ਆਉਂਦੇ ਹੁੰਦੇ ਸੀਗੇ। ਮੈਨੂੰ ਤਾਂ ਇੱਕੋ ਭੁੱਖ ਸੀ ਕਿ ਗੁਰੂ ਗ੍ਰੰਥ ਸਾਹਿਬ ਤੋਂ ਸਿਵਾ ਕੋਈ ਸੰਤ ਨਹੀਂ ਹੈਗਾ, ਨਾ ਹੀ ਮੈਂ ਕਿਸੇ ਨਾਲ ਮੇਰਾ ਇੰਨਾ ਤਵਲਕ ਹੁੰਦਾ ਸੀਗਾ। ਪਰ ਜਦੋਂ ਇੱਥੇ ਤੱਕ ਸੀ ਕਿ ਉਹਦੇ ਘਰ ਸੰਤਾਂ ਦੇ, ਰਤਵਾੜੇ ਵਾਲੇ ਸੰਤਾਂ ਦਾ ਮੈਗਜ਼ੀਨ ਆਉਂਦਾ ਹੁੰਦਾ ਸੀਗਾ। ਮੈਨੂੰ ਤਾਂ ਗੁਰਬਾਣੀ 'ਚੋਂ ਹੀ ਪਿਆਰ ਲੱਗਾ, ਗੁਰਬਾਣੀ ਦੇ ਵਿੱਚੋਂ ਹੀ ਲੱਗਣ ਲੱਗੀ, ਗੁਰਬਾਣੀ ਦੇ ਸ਼ਬਦ ਹੀ ਮੈਨੂੰ ਟੱਚ ਕੀਤੇ, ਉਹਨਾਂ ਵਿੱਚੋਂ ਹੀ ਮੇਰਾ ਵਿਰਾਗ ਅਤੇ ਅਰਥ ਜਿਹੜੇ ਸੀ ਸਾਰੇ ਨਿਕਲਣ ਲੱਗ ਪਏ ਕਿ ਮੈਨੂੰ ਨਹੀਂ ਪਤਾ ਕਿ ਮੇਰੇ ਪ੍ਰਭੂ ਨੇ, ਪਰਮੇਸ਼ਰ ਨੇ ਜਿੱਦਾਂ ਰੂੜੀ ਤੋਂ ਚੁੱਕ ਕੇ ਪਤਵੰਤ ਸੱਜਣਾ 'ਚ ਮੈਨੂੰ ਬਿਠਾ ਲਿਆ ਸੀਗਾ। ਮੇਰੇ ਕਰਮਾਂ ਬਾਰੇ ਮੈਂ ਨਹੀਂ ਜਾਣਦੀ, ਮੇਰੇ ਜਿਹਨੇ ਲਿਖੇ ਉਹਨੂੰ ਪਤਾ ਹੋਊਗਾ। ਮੇਰੇ ਕਰਮ ਸੀ ਚੰਗੇ ਸੀ ਤਾਂ ਉਹਨੂੰ ਪਤਾ ਲਿਖਣ ਵਾਲੇ ਨੂੰ। ਅਤੇ ਜਦੋਂ ਇਸ ਤਰ੍ਹਾਂ ਮੈਂ ਉਹ ਆਪਣੇ ਰਤਵਾੜੇ ਵਾਲਿਆਂ ਸੰਤਾਂ ਦਾ ਉਹਦੇ ਘਰ ਕਾਫੀ ਏਡੀ ਟੇਕਣ ਲੱਗੀ ਪਈ ਸੀਗੀ ਰਸਾਲਿਆਂ ਦੀ, ਅਤੇ ਮੈਂ ਦੇਖੇ ਮੈਂ ਦੇਖਦੀ ਹੁੰਦੀ ਸੀ ਭਈ ਆਤਮਾ ਪਰਮਾਤਮਾ ਦੀ ਕੋਈ ਗੱਲ ਹੈਗੀ ਕਿਤੇ। ਅਤੇ ਇੱਕ ਕਿੱਸੇ ਦੇ ਵਿੱਚ ਉਹ ਚਿੱਠੇ ਦੇ ਵਿੱਚ ਆਤਮਾ ਅਤੇ ਪਰਮਾਤਮਾ ਦੀ ਗੱਲ ਸੀ, ਔਰ ਉਹ ਰਤਵਾੜੇ ਵਾਲੇ ਸੰਤਾਂ ਨੇ ਨਹੀਂ ਕੀਤੀ ਸੀ, ਕੋਈ ਹੋਰ ਜੋਗੀ ਸੀ ਉਹਦੇ ਵਿੱਚ, ਕਿਉਂਕਿ ਉਹਦੇ ਵਿੱਚ ਕਾਫੀ ਲੋਕਾਂ ਦੇ ਆਰਟੀਕਲ ਹੁੰਦੇ ਸੀਗੇ। ਅਤੇ ਜਦੋਂ ਉਹਨੂੰ ਮੈਂ ਦੇਖਿਆ ਆਤਮਾ ਪਰਮਾਤਮਾ ਦੀ ਗੱਲ, ਵੀ ਪਰਮਾਤਮਾ ਨੂੰ, ਪਰਮੇਸ਼ਰ ਨੂੰ ਪਾਉਣਾ ਤਾਂ ਤੁਸੀਂ ਕਿੱਦਾਂ ਕਰਨੀ ਚਾਹੀਦੀ, ਕਿੱਦਾਂ ਤੁਹਾਨੂੰ ਸਮਾਧੀ ਵਿੱਚ ਬਹਿਣਾ ਚਾਹੀਦਾ ਹੈ। ਅਤੇ ਮੈਂ ਆਪਣੀ ਫਰੈਂਡ ਸੁਰਿੰਦਰ ਨੂੰ ਕਿਹਾ, ਮੈਂ ਸੁਰਿੰਦਰ ਲੈ ਜਾ, ਉਹ ਕਹਿੰਦੀ ਮੇਰੇ ਲੋ ਸਾਰੇ ਲੈ ਜਾ, ਮੇਰੇ ਤਾਂ ਬਹੁਤ ਹਰ ਮਹੀਨੇ ਆਏ ਰਹਿੰਦੇ ਆ। ਮੈਂ ਕਹਿੰਦੀ ਮੈਨੂੰ ਸਾਰੇ ਨਹੀਂ ਚਾਹੀਦੇ, ਮੈਨੂੰ ਸਿਰਫ ਇੱਕੋ ਚਾਹੀਦਾ ਆ। ਅਤੇ ਮੈਂ ਉਹ ਲੈ ਗਈ ਤਾਂ ਮੈਂ ਜਾ ਕੇ ਆਪਣੇ, ਜਦੋਂ ਉਸ ਚੀਜ਼ ਨੂੰ ਸਾਰੇ ਨੂੰ ਨਹੀਂ ਪੜ੍ਹਿਆ, ਸਿਰਫ ਮੈਨੂੰ ਜਿਹੜੀ ਜ਼ਰੂਰਤ ਸੀ ਮੈਂ ਉਸੇ ਗੱਲ ਨੂੰ ਪੜ੍ਹਿਆ। ਜਦੋਂ ਮੈਂ ਪੜ੍ਹਿਆ ਦੇਖਿਆ ਅਤੇ ਉਹਦੇ ਵਿੱਚ ਉਹਨਾਂ ਸੰਤਾਂ ਨੇ ਇਹ ਲਿਖਿਆ ਸੀ, ਜੋਗੀ ਸੀਗੇ ਉਹ ਕੋਈ, ਅਤੇ ਪਤਾ ਨਹੀਂ ਕੌਣ। ਤਾਂ ਮੈਨੂੰ ਜਦ ਮੈਂ ਪੜ੍ਹਿਆ ਉਹਦੇ 'ਚ ਲਿਖਿਆ ਸੀ ਕਿ ਤੁਸੀਂ ਜਦੋਂ ਪਰਮੇਸ਼ਰ ਨੂੰ ਪਾਉਣਾ ਆ, ਅਤੇ ਜਿਹਦੇ ਤੁਹਾਡੀ ਨਾਭੀ ਆ, ਵਾਹਿਗੁਰੂ 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 ਕਰਦਿਆਂ, ਇਹ ਸਾਡੀ ਜਿਹੜੀ ਨਾਭੀ ਆ, ਇਹਦੀਆਂ ਜਿਹੜੀਆਂ ਕਸ਼ਿਸ਼ ਨਾੜਾਂ ਆ, ਅੰਦਰ ਦੀਆਂ ਵਰਨਸ ਜਿਹੜੀਆਂ ਸਾਡੇ ਦਿਮਾਗ ਤੱਕ, ਤਿਰਕੁੱਟੀ ਤੱਕ ਜਾਂਦੀਆਂ, ਇਹ ਸਾਰੀਆਂ ਵਾਹਿਗੁਰੂ ਕਰਦੀਆਂ ਖੁੱਲ੍ਹ ਜਾਂਦੀਆਂ ਆ, ਅਤੇ ਫਿਰ ਪਰਮੇਸ਼ਰ ਪ੍ਰਗਟ ਹੋ ਜਾਂਦਾ ਆ। ਬਹੁਤ ਲੰਬੀ ਡੀਪ ਦਾ ਹਿਸਾਬ ਨਾਲ ਸਮਝਾਉਣਾ ਇਸ ਵੇਲੇ ਮੇਰੇ ਕੋਲ ਟਾਈਮ ਨਹੀਂ ਗਾ। ਫਿਰ ਸਹੀ ਕਿਤੇ ਜਦੋਂ ਖੁੱਲ੍ਹੀ ਗੱਲ ਮੇਰੇ ਨਾਲ ਤੁਸੀਂ ਕਰ ਸਕਦੇ ਆ, ਫਿਰ ਮੈਂ ਬਹੁਤ ਪਰਮੇਸ਼ਰ ਦੀ ਦਇਆ ਦੇ ਨਾਲ ਜਿੰਨੀ ਕੁ ਮੈਨੂੰ ਨੌਲੇਜ ਦਿੱਤੀ ਆ, ਮੈਂ ਉਸ ਹਿਸਾਬ ਨਾਲ ਸਮਝਾ ਸਕਦੀ ਹਾਂ। ਇਸ ਵੇਲੇ ਥੋੜ੍ਹੀ ਗੱਲ ਕਰਾਂਗੇ, ਮਗਰ ਇਸ ਵੇਲੇ ਮੈਂ ਹੀ ਕਰਦੀ ਹਾਂ ਕਿ ਮੈਂ ਉਹਦਾ ਦੇਖਿਆ ਅਤੇ ਕਿਹਾ, ਉਹਨਾਂ ਨੇ ਇਹ ਗੱਲ ਕਹੀ ਕਿ ਸ਼ਵ ਆਸਣ ਦੇ ਵਿੱਚ ਇਸ ਤਰ੍ਹਾਂ ਲੇਟ ਜਾਓ ਔਰ ਲੰਬਾ ਸਵਾਸ ਉੱਪਰ ਤੱਕ ਲੈ ਕੇ ਆਓ ਨਾਭੀ ਤੋਂ, ਫਿਰ ਥੱਲੇ ਲੈ ਜਾਓ, ਫਿਰ ਉੱਪਰ 3 ਇਸ ਤਰ੍ਹਾਂ ਸਵਾਸ ਲਵੋ, ਆਸਤੇ ਧੀਮੇ। ਜਦੋਂ ਸਵਾਸ ਸ਼ੁਰੂ ਹੋ ਗਿਆ ਤੁਹਾਡੇ, ਉਸ ਤੋਂ ਬਾਅਦ ਅਭਿਆਸ ਕਰੋ ਕਿ ਤੁਸੀਂ ਪੈਰ ਦੇ ਅੰਗੂਠੇ ਤੋਂ ਲਾ ਕੇ ਸਿਰ ਤੱਕ ਇੱਕ ਅੰਗ ਨੂੰ, ਮਤਲਬ ਕਿ ਉਹਨੂੰ ਹੀਲ ਕਰਦੇ ਉੱਪਰ ਨੂੰ ਜਾਈ ਜਾਓ। ਅਤੇ ਫਿਰ ਤੁਸੀਂ ਆਸਤੇ ਅਭਿਆਸ ਕਰੋਗੇ। ਪਰ ਇੱਕ ਗੱਲ ਆ ਤੁਹਾਨੂੰ ਇਹ ਦੱਸ ਦਿੰਦੇ ਹਾਂ ਕਿ ਇਹ ਅਭਿਆਸ ਕਿਸੇ ਜੋਗੀ ਦੀ, ਕਿਸੇ ਬੜੇ ਮਤਲਬ ਕਿ ਨੌਲੇਜ ਨੂੰ ਪੂਰੀ ਹੋਵੇ, ਇੱਦਾਂ ਦੇ ਗਿਆਨੀ ਦੀ, ਕਿਸੇ ਵਿਦਵਾਨ ਦੀ ਨਿਗਰਾਨੀ ਥੱਲੇ ਕਰਨਾ, ਆਪੇ ਹੀ ਕਰਨਾ ਬਹਿ ਜਾਇਓ। ਇਹ ਬੜਾ ਕਠਿਨ ਕੰਮ ਆ। ਅਤੇ ਮੈਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਿਆ ਅਤੇ ਮੈਂ ਰੋਈ, ਜੱਫੀ ਪਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਬਹੁਤ ਰੋਂਦੀ ਸੀ। ਅਤੇ ਮੈਨੂੰ ਲੱਗਦਾ ਹੁੰਦਾ ਸੀ ਕਿ ਮੈਂ ਗੁਰੂ ਨਾਨਕ ਨੂੰ ਜੱਫੀ ਪਾਈ, ਬਸ ਮੈਂ ਇਸ ਤਰ੍ਹਾਂ ਸੀ। ਅਤੇ ਮੈਂ ਬਹੁਤ ਰੋਈ ਅਤੇ ਮੈਂ ਕਿਹਾ ਭਈ ਗੁਰੂ ਗ੍ਰੰਥ ਸਾਹਿਬ ਜੀ, ਮੇਰਾ ਤਾਂ ਤੇਰੇ ਤੋਂ ਸਿਵਾ ਕੋਈ ਸੰਤ ਨਹੀਂ, ਅਤੇ ਮੇਰਾ ਤਾਂ ਜੋਗੀ ਕੋਈ ਨਹੀਂ, ਅਤੇ ਮੇਰਾ ਉਸਤਾਦ ਵੀ ਕੋਈ ਨਹੀਂ, ਅਤੇ ਮੇਰਾ ਤਾਂ ਸਭ ਕੁਛ ਤੂੰ ਆ, ਅਤੇ ਮੈਂ ਤਾਂ ਤੇਰੇ ਸਿਰ 'ਤੇ ਹੀ ਕਰਨਾ ਆ। ਮੈਂ ਜਵਾਨੀ ਦੀ ਉਮਰ ਆ, ਮੇਰੇ ਪਰਿਵਾਰ ਦੇ ਵਿੱਚ ਹੋਰ ਕਿਸੇ ਨੂੰ ਇੱਦਾਂ ਲੱਗਣ ਨਹੀਂ ਜਿਹੜਾ ਮੈਨੂੰ ਕਿਸੇ ਸੰਤਾਂ ਡੂੰਘਿਆਂ ਦੇ ਕੋਲ ਲੈ ਜਾਵੇ। ਅਤੇ ਮੈਨੂੰ ਤਾਂ ਬਸ ਇੰਨਾ ਹੀ ਆ ਕਿ ਤੇਰਾ ਆਸਰਾ ਆ, ਅਤੇ ਤੂੰ ਰਮਿਆ ਹੋਇਆ ਹਰ ਪੱਤੇ ਵਿੱਚ ਆ, ਅਤੇ ਤੂੰ ਮੇਰੇ ਵਿੱਚ ਵੀ ਆ, ਅਤੇ ਤੂੰ ਮੇਰੀ ਰਾਖੀ ਆਪੇ ਕਰੇਂਗਾ, ਅਤੇ ਤੂੰ ਮੈਨੂੰ ਆਪੇ ਸਿਖਾਵੇਂਗਾ। ਅਤੇ ਮੈਂ ਪ੍ਰੈਕਟਿਸ ਜਿਹੜੀ ਸੀ ਦੁਪਹਿਰ ਨੂੰ, ਥੋੜ੍ਹੀ ਜਿਹੀ ਪ੍ਰੈਕਟਿਸ ਕਿਸ ਤਰ੍ਹਾਂ ਕਰਨੀ, ਥੋੜ੍ਹੀ ਜਿਹੀ ਦੁਪਹਿਰ ਨੂੰ ਮੈਂ ਪ੍ਰੈਕਟਿਸ ਕੀਤੀ। ਰਾਤ ਨੂੰ
ਮੈਂ ਉਹੀ ਪ੍ਰੈਕਟਿਸ ਨੂੰ ਆਪਣੇ ਭੋਰੇ ਵਿੱਚ ਐਨ ਸ਼ਾਂਤਮਈ ਹਿਸਾਬ ਦੇ ਨਾਲ, ਜਿਹੜਾ ਮੈਂ ਮਤਲਬ ਜਿੱਥੇ ਵਿਛਾਈ ਕੀਤੀ ਸੀ, ਜਿੱਥੇ ਬੈਠਦੀ ਹੁੰਦੀ ਸੀ, ਉੱਥੇ ਮੈਂ ਬੈਠ ਕੇ ਮਤਲਬ ਕਿ ਉਸੇ ਤਰ੍ਹਾਂ ਲੇ ਡਾਊਨ ਹੋ ਗਈ। ਸਿਰਫ ਮੈਂ 3 ਸਾਹ ਲਏ। ਤੀਜੇ ਸਾਹ ਦੇ ਨਾਲ ਇੱਕਦਮ ਮੇਰੇ ਜਿਹੜੀ ਨਾਭੀ ਆ, ਜਿਹੜੀ ਪਹਿਲੀ ਬਟਨ ਆ, ਇੱਥੇ ਮੇਰੇ ਪਟਾਕਾ ਪੈ ਗਿਆ। ਪਟਕ ਦੇਣੀ ਜਦ ਹੋਇਆ ਤਾਂ ਮੇਰਾ ਸਾਹ ਜਿਹੜਾ ਸੀਗਾ, ਜਿੱਦਾਂ ਆਪਾਂ ਨੂੰ ਆਹ ਸਾਹ ਦੀ ਕਸ਼ਿਸ਼ ਆਉਂਦੀ ਹੈ ਨਾ, ਸਾਹ ਲੈਂਦੇ ਹਾਂ, ਸਾਹ ਦੀ ਕੋਈ ਕਸ਼ਿਸ਼ ਤਾਂ ਹੈਗੀ ਆ, ਉਹ ਦੱਸਣਾ ਨਹੀਂ ਆਉਂਦਾ, ਉਹ ਖਾਲੀ ਹੋ ਗਿਆ। ਜਿੱਦਾਂ ਕਹੇ ਕਬੀਰ ਕੂੰਗੇ ਗੁੜ ਖਾਇਆ, ਪੁੱਛੇ ਕਹਿਣ ਨਾ ਜਾਈ। ਉਹ ਐਸਾ ਗੁੰਗਾ ਹੱਥ ਪੈਰ ਮਾਰ ਸਕਦਾ, ਮਤਲਬ ਕਿ ਵਾਹ ਕਰ ਸਕਦਾ, ਪਰ ਇਹ ਨਹੀਂ ਦੱਸ ਸਕਦਾ ਕਿ ਗੁੜ ਕਿੰਨਾ ਮਿੱਠਾ ਆ। ਉਹ ਹਿਸਾਬ ਆ, ਇਹ ਦੱਸੀਆਂ ਨਹੀਂ ਜਾਂਦੀਆਂ ਗੱਲਾਂ ਜਿਹੜੀਆਂ ਅੰਦਰ ਦੀਆਂ ਆ। ਉਹ ਸਮਝ ਸਕਦਾ ਜਿਹਨੂੰ ਅੰਦਰ ਦੀ ਭੁੱਖ ਹੋਵੇ, ਉਹ ਜ਼ਰੂਰ ਸਮਝ ਲੈਂਦਾ ਆ। ਅਤੇ ਜਦੋਂ ਇਸ ਤਰ੍ਹਾਂ ਮੇਰੇ ਉਹ ਪਟਕ ਦੇਣੀ ਹੋ ਗਿਆ ਬਿਲ ਬੈਟਨ ਤੋਂ ਥੱਲੇ, ਅਤੇ ਮੇਰਾ ਸਾਹ ਜਿਹੜਾ ਜਾਂਦਾ ਰਿਹਾ, ਅਤੇ ਮੇਰੀ ਜਿਹੜੀ ਬੋਡੀ ਸੀਗੀ ਉਹ ਬਿਲਕੁਲ ਮੁਰਦਾ ਹੋ ਗਈ। ਔਰ ਮੇਰਾ ਸਿਰ ਜਿਹੜਾ ਸੀ ਉਹ ਕੰਮ ਕਰਦਾ ਸੀ। ਸਿਰ ਨੂੰ ਸਾਰੀ ਸੋਝੀ ਸੀ ਦਿਮਾਗ ਵਿੱਚ ਕਿ ਕੀ ਹੋ ਗਿਆ ਮੇਰੇ ਨਾਲ। ਇਹ ਇੱਦਾਂ ਦਿਮਾਗ ਸੋਚਦਾ ਸੀ ਮੇਰਾ ਕਿ ਮੈਨੂੰ ਹਾਰਟ ਅਟੈਕ ਹੋ ਗਿਆ ਆ, ਪਰ ਉਹ ਹਾਰਟ ਅਟੈਕ ਨਹੀਂ ਸੀ। ਪਰ ਮੇਰਾ ਦਿਮਾਗ ਇੱਦਾਂ ਸੋਚਦਾ ਸੀ ਆਪਣੀ ਸੋਚਣੀ ਦੇ ਨਾਲ ਕਿ ਮੈਂ ਹੁਣ ਕਿੱਦਾਂ ਉੱਠਾਂ ਅਤੇ ਕੀ ਕਰਾਂ। ਅਤੇ ਦਿਮਾਗ ਜਿਹੜਾ ਸੀਗਾ ਉਹ ਮੇਰਾ ਪ੍ਰਾਰਥਨਾ ਪਰਮੇਸ਼ਰ ਦੇ ਅੱਗੇ, ਗੁਰੂ ਨਾਨਕ ਦੇ ਅੱਗੇ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਦੁਹਾਈ ਦੇ ਨਾਲ ਸਿਮਰਨ ਦੇ ਵਿੱਚ ਦਿਮਾਗ ਦੇ ਵਿੱਚ ਜਿਹੜਾ ਸੀਗਾ ਉਹਦਾ ਕਰਦਾ ਸੀ। ਨਾਭੀ 'ਚ ਤਾਂ ਸਿਮਰਨ ਹੋ ਹੀ ਨਹੀਂ ਰਿਹਾ ਸੀ, ਉੱਥੇ ਤਾਂ ਚੁੱਪ ਹੋ ਗਿਆ ਸੀ ਸਾਰਾ ਕੁਝ, ਉੱਥੇ ਤਾਂ ਖਤਮ ਹੋ ਗਿਆ ਸੀਗਾ। ਨਾ ਕੋਈ ਕੰਠ 'ਚ ਹੁੰਦਾ ਸੀਗਾ ਅਤੇ ਨਾ ਕੋਈ ਦਿਲ 'ਚ ਹੁੰਦਾ ਸੀ, ਸਿਰਫ ਦਿਮਾਗ ਇੰਨਾ ਕੁ ਕੰਮ ਕਰਦਾ ਸੀ। ਅਤੇ ਦਿਮਾਗ ਵਿੱਚ ਸੀ ਭਈ ਇੱਥੋਂ ਹੁਣ ਮੈਨੂੰ ਕੱਢ। ਆਖਿਰਕਾਰ ਉਹ ਟਾਈਮ ਜਿਹੜਾ ਟਾਈਮ ਲੈਸ ਆ, ਜਿਸ ਤਰ੍ਹਾਂ ਸੱਚੀ ਮੁੱਚੀ ਮੈਨੂੰ ਨਹੀਂ ਪਤਾ ਕਿ ਮੇਰਾ ਉਹ ਸਾਹ ਲੰਬਾ ਸੀ ਕਿੰਨਾ ਸੀ, ਟਾਈਮ ਕਿੰਨੇ ਤੋਂ ਕਿੰਨੇ ਟਾਈਮ ਤੱਕ ਹੋਇਆ ਉਹਦਾ ਆਈ ਡੋਂਟ ਨੋ। ਉਹ ਟਾਈਮ ਲੈਸ ਸੀ ਸਾਰਾ ਕੁਛ, ਅਤੇ ਮੈਨੂੰ ਨਹੀਂ ਪਤਾ ਮੈਂ ਕਿੱਦਾਂ ਇੰਨਾ ਚਿਰ ਮੇਰੀ ਉਹ ਲੋਥ ਜਿਹੜੀ ਸੀ ਵਿੱਚ ਸਾਹ ਨਹੀਂ ਉਹ ਆਉਂਦਾ ਸੀਗਾ, ਪਤਾ ਨਹੀਂ ਕਿੱਥੇ ਹੋਊਗਾ ਜਿਹਦੇ ਨਾਲ ਮੈਨੂੰ ਪਰਮੇਸ਼ਰ ਨੇ ਬਚਾ ਕੇ ਰੱਖਿਆ। ਅਤੇ ਆਖਰ ਮੇਰੇ ਉਹ ਇੱਦਾਂ ਹੀ ਅਰਦਾਸਾਂ ਬੇਨਤੀਆਂ ਪਰਮੇਸ਼ਰ ਨੇ ਸੁਣ ਲਈਆਂ, ਅਤੇ ਮੇਰੇ ਉਹ ਟੰਕਾ ਜਿਹੜਾ ਸੀਗਾ ਸਾਹ ਵਾਲਾ ਮੁੜ ਕੇ ਚੜ ਗਿਆ। ਜਦੋਂ ਉਹ ਟੰਕਾ ਮੇਰੇ ਮੁੜ ਕੇ ਜੁੜਿਆ, ਮੇਰੇ ਵਿੱਚ ਜਾਨ ਆਈ, ਪਰ ਮੇਰੇ ਜਿੱਦਾਂ ਕੋਈ ਬੋਡੀ ਦਾ ਅੰਗ ਨਹੀਂ ਹਿੱਲਦਾ, ਉਹ ਮੇਰੇ ਸਿਰਫ ਅਤੇ ਸਿਰਫ ਡੈਡ ਹੀ ਆ। ਦਿਮਾਗ ਹੀ ਸਿਰਫ ਸੋਚਦਾ। ਅਤੇ ਆਸਤੇ ਹੌਲੀ ਬੜੀ ਕੋਸ਼ਿਸ਼ ਕੀਤੀ। ਜਦੋਂ ਸਾਹ ਆ ਗਏ ਅਤੇ ਸਾਹ ਲੈਂਦੀ ਰਹੀ ਸਾਹ ਬੋਡੀ ਲੈਂਦੀ ਰਹੀ, ਫਿਰ ਥੋੜ੍ਹਾ ਐਨਰਜੀ ਵੀ ਬੋਡੀ ਵਿੱਚ ਚਲ ਗਈ। ਫਿਰ ਆਸਤੇ ਮੈਂ ਛੇਤੀ ਨਿਬੇੜਾਂ ਕਿ ਬਹੁਤ ਹੀ ਸ਼ੋਰਟਕਟ ਕਰਾਂ ਕਿ ਮੈਂ ਬੜੇ ਕੋਸ਼ਿਸ਼ ਦੇ ਨਾਲ, ਜਿਵੇਂ 100 ਸਾਲ ਤੋਂ ਉੱਪਰ ਬੁੱਢਾ ਬਜ਼ੁਰਗ ਕੋਈ ਮੰਜੇ ਤੋਂ ਹਿੱਲਦਾ ਆ, ਅਤੇ ਉਹ ਇੰਨੀ ਇਹ ਤੋਂ ਵੀ ਜ਼ਿਆਦਾ ਤਕਲੀਫ ਦੇ ਨਾਲ ਆਪਣੇ ਅੰਗਾਂ ਨੂੰ ਜਿੱਦਾਂ ਹਿੱਲਣ ਲੱਗੇ ਮਾੜੇ, ਅਤੇ ਉਹਨਾਂ ਨੂੰ ਮੈਂ ਉੱਤੇ ਮੇਰੇ ਰੱਸੀ ਜਿਹੜੀ ਆ ਕੱਪੜੇ ਟੰਗਣ ਵਾਲੀ ਉਹ ਪਾਈ ਹੁੰਦੀ ਸੀਗੀ, ਡੋਰ ਵੱਡੀ ਜੀ ਮੋਟੀ ਸਾਰੀ, ਕਿ ਜਦੋਂ ਕਿਤੇ ਰਾਤ ਨੂੰ ਜਦੋਂ ਨੀਂਦ ਜ਼ਿਆਦਾ ਆ ਜਾਂਦੀ ਸੀਗੀ ਅਤੇ ਉਹਨਾਂ ਨੂੰ ਆਪਣੀਆਂ ਬਾਹਾਂ ਦੇ ਵਿੱਚ ਇੱਦਾਂ ਪਾ ਕੇ ਤਾਂ ਝਿਜੋੜਾ ਜਿਹਾ ਦੇ ਲਓ, ਤਾਂ ਫਿਰ ਉਹ ਨੀਂਦ ਜਿਹੜੀ ਟਲ ਜਾਂਦੀ ਸੀ। ਜਾਂ ਇੱਕ ਮਹਾਗਨੀ ਹੁੰਦੀ ਸੀ ਮੇਰੇ ਕੋਲ ਇਸ ਤਰ੍ਹਾਂ, ਉਹ ਇੱਦਾਂ ਆ, ਅਤੇ ਥੱਲੇ ਵੀ ਉਹਦੇ ਡੰਡਾ ਲੱਗਾ ਆ, ਆਮ ਉਹ ਸੰਤ ਯੂਜ਼ ਕਰਦੇ ਆ, ਅਤੇ ਉਹਨੂੰ ਇੱਦਾਂ ਠੋਡੀ ਦੇ ਥੱਲੇ ਇੱਦਾਂ ਰੱਖ ਲਈ ਦੀ ਚਿੰਨ੍ਹ ਦੇ ਥੱਲੇ, ਤਾਂ ਉਹ ਫਿਰ ਤੁਹਾਡਾ ਸਰੀਰ ਜਿਹੜਾ ਸਿੱਧਾ ਸਾਹ ਲੈਂਦਾ ਆ, ਤਾਂ ਫਿਰ ਤੁਹਾਨੂੰ ਜੋ ਸਵਾਸਾਂ ਦੀ ਸਿੱਧੀ ਮਤਲਬ ਕਿ ਕਸ਼ਿਸ਼ ਜਿਹੜੀ ਆ ਫੈਲਦੀ ਆ, ਅਤੇ ਫਿਰ ਉਹ ਤੁਹਾਨੂੰ ਨੀਂਦ ਨਹੀਂ ਆਉਂਦੀ। ਜਦੋਂ ਤੁਸੀਂ ਸੌਂਦੇ ਆ ਉਦੋਂ ਤੁਹਾਡਾ ਸਰੀਰ ਸਿੱਧਾ ਨਹੀਂ ਰਹਿੰਦਾ, ਉਹ ਸਰੀਰ ਢਿੱਲਾ ਹੁੰਦਾ ਆ, ਅਤੇ ਜੇ ਤੁਸੀਂ ਨਹੀਂ ਸੌਂਦੇ ਤਾਂ ਤੁਹਾਡਾ ਸਰੀਰ ਜਿਹੜਾ ਮੈਂ ਪੂਰਾ ਸਟੈਂਡਰਡ 'ਤੇ ਹੁੰਦਾ। ਇਸ ਤਰ੍ਹਾਂ ਦੇ ਨਾਲ ਅਭਿਆਸ ਸੀ, ਪਰ ਉਹ ਤਾਂ ਮੈਂ ਲੇ ਡਾਊਨ ਹੋ ਕੇ ਕੀਤਾ ਸੀਗਾ ਉਸ ਦਿਨ ਤਾਂ। ਅਤੇ ਉਸ ਫਿਰ ਵੇਲੇ ਤੋਂ ਮੈਂ ਜਦੋਂ ਮੇਰੇ ਉਹ ਮਾੜੇ ਜਿਹੇ ਤਾਕਤ ਆਈ ਤਾਂ ਮੈਂ ਫੜ ਕੇ ਹੌਲੀ ਅਰਦਾਸਾਂ ਕਰਦੀ, ਫੜ ਕੇ ਆਪਣੇ ਕਿਚਨ ਦੇ ਵਿੱਚ ਕਾਊਂਟਰ ਵੱਡਾ ਸਾਰਾ, ਉਹਨੂੰ ਫੜ ਕੇ ਅੱਗੇ ਸਿੰਕ ਤੱਕ ਗਈ। ਫਿਰ ਮੈਂ ਉੱਥੇ ਜਾ ਕੇ ਪਾਣੀ ਪੀਤਾ। ਪਾਣੀ ਪੀ ਕੇ ਤਾਂ ਮੈਨੂੰ ਕਾਫੀ ਚੈਨ ਆ ਗਈ, ਐਨਰਜੀ ਵੀ ਆ ਗਈ, ਅਤੇ ਸੋਚਾਂ ਵਿੱਚ ਵੀ ਮੇਰੇ 'ਤੇ ਕੀ ਹੋਇਆ। ਮੈਨੂੰ ਲੱਗੇ ਕਿ ਮੈਨੂੰ ਹਾਰਟ ਅਟੈਕ ਹੋਇਆ ਸੀਗਾ। ਜਿੱਦਾਂ ਮੇਰੇ ਬੜੇ ਉੱਘੇ ਮਸਕੀਨ ਜੀ ਕੌਮ ਦੇ ਆਗੂ ਸੀਗੇ, ਅਤੇ ਉਹ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਕਿੱਸਾ ਜਿਹੜਾ ਬਚਪਨਾ ਆ, ਉਹ ਬਚਪਨੇ ਨੂੰ ਜਵਾਨੀ ਦਾ ਨਹੀਂ ਪਤਾ ਕੀ ਹੁੰਦੀ ਆ, ਔਰ ਜਵਾਨ ਨੂੰ ਨਹੀਂ ਪਤਾ ਵਡੇਪਾ ਕੀ ਹੁੰਦਾ, ਔਰ ਵਡੇਪੇ ਨੂੰ ਨਹੀਂ ਪਤਾ ਵੀ ਮੌਤ ਕੀ ਹੁੰਦੀ ਆ। ਉਹਨਾਂ ਦਾ ਕੋਈ ਐਕਸਪੀਰੀਅੰਸ ਨਹੀਂ। ਐਕਸਪੀਰੀਅੰਸ ਉਦੋਂ ਹੀ ਹੁੰਦਾ ਜਦੋਂ ਤੁਹਾਡੇ 'ਤੇ ਆ ਕੇ ਪੈਂਦੀ ਆ।
ਉਹਨਾਂ ਚਿਕਰ ਕੋਈ ਨਹੀਂ। ਜਿਸ ਤਨ ਲੱਗੀਆਂ ਤੇ ਸੋ ਤਨ ਜਾਣੇ। ਇਹ ਪਰਮੇਸ਼ਰ ਦਾ ਪ੍ਰੇਮ ਜਿਹਨੂੰ ਲੱਗ ਜਾਵੇ ਉਹਨੂੰ ਹੀ ਪਤਾ ਇਹਦੀ ਤੜਫ ਕਿੰਨੀ ਹੁੰਦੀ ਆ। ਦੁਨੀਆ ਦੀਆਂ ਤੜਫਾਂ ਇਹਦੇ ਸਭ ਥੱਲੇ ਆ ਜਾਂਦੀਆਂ, ਪਰ ਦੁਨੀਆ ਦੀਆਂ ਤੜਫਾਂ ਜਿਹੜੀਆਂ ਆ ਉਹਨਾਂ ਦੇ ਵਿੱਚ ਰੋਗ ਆ, ਉਹਨਾਂ ਦੇ ਵਿੱਚ ਬੁਰੀਆਂ ਹਾਲਤਾਂ, ਬੌਂਕੇ ਦਿਹਾੜੇ ਆ, ਚਿੰਤਾ ਆ, ਉਹਨਾਂ ਦੇ ਵਿੱਚ ਬਿਮਾਰੀਆਂ ਆ। ਅਤੇ ਜਿਹੜੀ ਪਰਮੇਸ਼ਰ ਦੇ ਲਈ ਹੰਝੂ ਡਿੱਗਦੇ ਆ ਉਹਦੇ ਵਾਸਤੇ ਉਹਦੇ ਵਿੱਚ ਆਨੰਦ ਆ, ਉਹਦੇ ਵਿੱਚ ਖੇੜਾ ਆ, ਅਗੰਮੀ ਰਸ ਆ, ਉਹਦੇ ਵਿੱਚ ਖੁਸ਼ੀਆਂ ਆ। ਦੇਖਣ ਵਾਲੇ ਨੂੰ ਲੱਗਦਾ ਇਹ ਰੋਂਦਾ ਆ, ਉਹ ਰੋਣਾ ਨਹੀਂ ਹੁੰਦਾ। ਅੱਖਾਂ ਦੇ ਵਿੱਚ ਇੱਕ ਰੋਣਾ ਜਿਹਨੂੰ ਕਿਹਾ ਜਾਂਦਾ ਇੱਕ ਅੰਦਰ ਭਾਫ ਆ, ਉਹ ਬਹੁਤ ਪ੍ਰਬਲ ਜਦੋਂ ਹੁੰਦੀ ਆ ਅੰਦਰ ਭਾਫ, ਅਤੇ ਉਹ ਅੱਖਾਂ ਵਿੱਚ ਦੀ ਨਿਕਲਦੀ ਆ। ਖੁਸ਼ੀ ਦੇ ਕਈ ਵਾਰੀ ਕਿਸੇ ਨੂੰ ਖੁਸ਼ੀ 'ਚ ਰੋਣਾ ਆਉਂਦਾ, ਬਹੁਤ ਖੁਸ਼ੀ ਆ ਜਾਏ, ਬਹੁਤ ਖੁਸ਼ੀ 'ਤੇ ਖੁਸ਼ੀ 'ਚ ਬੰਦਾ ਰੋਂਦਾ, ਬਹੁਤ ਗਮ ਹੋਵੇ ਅਤੇ ਗਮ 'ਚ ਬੰਦਾ ਰੋਂਦਾ। ਜਦੋਂ ਉਹ ਭਾਫ ਬਣਦੀ ਉਹ ਅੱਖਾਂ ਰਾਹੀਂ ਨਿਕਲਦੀ ਆਣ ਕੇ, ਤਾਂ ਅੱਖਾਂ ਰਾਹੀਂ ਉਹ ਜਿਹੜੀ ਭਾਫ ਨਿਕਲਦੇ ਹੰਝੂ ਬਣ ਕੇ ਦੁਨੀਆ ਉਹਨਾਂ ਨੂੰ ਆਮ ਸਾਮ ਅਸੀਂ ਉਹਨਾਂ ਨੂੰ ਵੀਪਿੰਗ ਕਰਾਇੰਗ ਕਹਿੰਦੇ ਆ, ਰੋਣਾ ਕਹਿੰਦੇ ਆ। ਮਗਰ ਉਹ ਰੋਣਾ ਦੁਨੀਆ ਲਈ ਨਿਕਲਦੇ ਆ ਨਾ, ਅਤੇ ਉਹ ਰੋਣਾ ਹੀ ਆ। ਜੇ ਪਰਮੇਸ਼ਰ ਲਈ ਨਿਕਲਦੇ ਆ ਅਤੇ ਉਹ ਬੋਟ ਆ ਇੱਕ ਸਮੁੰਦਰ ਦੇ ਵਿੱਚ ਦੀ, ਸਾਨੂੰ ਤਾਰ ਕੇ ਉਹਦੇ ਉੱਤੇ ਪਰਮੇਸ਼ਰ ਲੈ ਜਾਂਦਾ ਆ ਆਪਣੇ ਘਰ ਨੂੰ। ਇੱਦਾਂ ਦੇ ਉਹ ਹੰਝੂ ਆ ਮਿੱਠੇ, ਇੱਦਾਂ ਦੇ ਆ ਉਹ ਹੰਝੂ ਰਾਗ ਦੇ। ਤਾਂ ਮੈਨੂੰ ਇੰਨੇ ਜ਼ਿਆਦਾ ਸੀ ਕਿ ਮੇਰੇ ਘਰ ਦੇ ਵੀ ਬੜੇ ਦੁਖੀ ਸੀਗੇ, ਮੇਰੇ ਤੋਂ ਬਹੁਤ ਦੁਖੀ ਸੀਗੇ, ਕਿਉਂਕਿ ਮੈਂ ਤਾਂ ਬਿਲੀ ਪਾਪ ਨਹੀਂ, ਜਿੱਦਾਂ ਬੰਦਾ ਕਰਦਾ ਬਿਰਲਾਪ, ਮੈਂ ਆਪਣੇ ਭੋਰੇ 'ਚ ਮੇਰਾ ਇਹ ਹਾਲ ਹੋ ਜਾਂਦਾ ਸੀਗਾ। ਅਤੇ ਗੁਰਦੁਆਰੇ ਜਦ ਮੈਂ ਕੀਰਤਨ ਕਰਦੀ ਸੀ ਤਾਂ ਵੀ ਮੇਰੇ ਪਰਲ ਹੰਝੂ ਜਾਂਦੇ ਹੁੰਦੇ ਸੀਗੇ। ਗੁਰਬਾਣੀ ਬਰਾਗ ਦੀ ਗੁਰਬਾਣੀ, ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨ ਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇ ਅਨ ਨਾ ਪਾਣੀ। ਅਤੇ ਇਹ ਇੱਦਾਂ ਦੇ ਬਰਾਗ ਦੇ ਸ਼ਬਦ, ਕੋਈ ਆਣ ਮਿਲਾਵੇ ਮੇਰਾ ਪ੍ਰੀਤ ਮਰਾਇਆ, ਕੋਈ ਆਣ ਮਿਲਾਵੇ ਮੇਰਾ ਪ੍ਰੀਤ ਮਰਾਇਆ, ਹੋਰ ਨਹੀਂ ਚੱਲ ਹਰ ਤਨ ਪੱਲੇ ਜੀਓ, ਕੋਈ ਹਰ ਸੱਜਣ ਮੇਰਾ ਪ੍ਰੀਤ ਮਰਾਇਆ, ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜਵਾਇਆ, ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵੇ ਚੱਲੇ ਜੀਓ। ਮੈਨੂੰ ਪਤਾ ਮੇਰੀ ਤੜਫ ਜਿਹੜੀ ਸੀ ਉਹ ਮੈਨੂੰ ਪਤਾ ਕਿ ਉਸ ਤੜਫ ਦੇ ਬਰਾਬਰ ਕੋਈ ਤੜਫ ਨਹੀਂ। ਮਿੱਠੀ, ਇੰਨੀ ਪਿਆਰੀ, ਇੰਨੀ ਰੋਗ ਰਹਿਤ, ਔਰ ਇੰਨੀ ਦੇਖਣ ਵਾਲਿਆਂ ਨੂੰ ਲੱਗਦਾ ਸੀ ਬਹੁਤ ਦੁਖੀ। ਜਿਹੜੀ ਜਿਹਨਾਂ ਨੂੰ ਨਹੀਂ ਪਤਾ ਉਹ ਸੋਚਦੇ ਇਹਦਾ ਦਿਮਾਗ ਖਰਾਬ ਹੋ ਗਿਆ, ਪਰ ਦਿਮਾਗ ਖਰਾਬ ਨਹੀਂ ਉੱਤੇ ਹੁੰਦਾ। ਦਿਮਾਗ ਖਰਾਬ ਨਹੀਂ ਹੁੰਦਾ, ਦਿਮਾਗ ਖੁੱਲ੍ਹ ਜਾਂਦਾ ਆ, ਖਰਾਬ ਨਹੀਂ ਹੁੰਦਾ। ਪਰ ਆਮ ਜਨਤਾ ਵਾਸਤੇ ਇੱਦਾਂ ਹੀ ਲੱਗਦਾ, ਜਿਹਨਾਂ ਨੂੰ ਨਹੀਂ ਪਤਾ। ਪਰ ਜਿਹਨਾਂ ਨੂੰ ਕਦਰ ਸੀ ਬਹੁਤ ਇੱਜ਼ਤ ਕਰਦੇ ਸੀ, ਜਿਹਨਾਂ ਨੂੰ ਪਤਾ ਸੀ ਮੇਰੀਆਂ ਸੰਗਤਾਂ, ਮੇਰੇ ਪ੍ਰੇਮੀ ਬਹੁਤ ਇੱਜ਼ਤ ਕਰਦੇ ਸੀ। ਸੰਤ ਮਹਾਂਪੁਰਸ਼ ਵੀ ਮੈਨੂੰ ਬਹੁਤ ਇੱਜ਼ਤ ਕਰਦੇ ਸੀ। ਕਦੀ ਕੋਈ ਮਿਲਦੇ ਹੁੰਦੇ ਸੀ ਗੁਰਦੁਆਰੇ, ਜਾਂ ਮੈਂ ਪ੍ਰਸ਼ਾਦਾ ਘਰ ਵਰਜਦੀ ਹੁੰਦੀ ਸੀਗੀ, ਅਤੇ ਬਹੁਤ ਇੱਜ਼ਤ ਕਰਦੇ ਹੁੰਦੇ ਸੀ। ਅਤੇ ਇਸ ਤਰ੍ਹਾਂ ਉਹ ਜਦੋਂ ਮੇਰੇ ਨਾਲ ਹਾਲਤ ਹੋਈ ਤਾਂ ਉਦੋਂ ਬਾਅਦ ਜਿਵੇਂ ਮੈਂ ਸੁੱਤੀ ਨਹੀਂ, ਆਪਾਂ ਉੱਥੇ ਨੂੰ ਗੱਲ ਲੈ ਜਾਈਏ, ਹੋਰ ਬੰਨੇ ਨਾ ਘੜੀਸਾਂ ਗੱਲ ਨੂੰ ਉਦੋਂ। ਅਤੇ ਜਦੋਂ ਉਹ ਮੈਂ ਇਹ ਸੋਚਦੀ ਉੱਪਰ ਆਪਣੇ ਬੈੱਡਰੂਮ 'ਚ ਜਾ ਕੇ ਸੌਂ ਗਈ ਕਿ ਹੁਣ ਇੱਕ ਤਾਂ ਇਹ ਕਿਸੇ ਨੂੰ ਗੱਲ ਵੀ ਨਹੀਂ ਦੱਸ ਸਕਦੇ, ਕਿਉਂਕਿ ਆਪਣੇ ਸਮਾਜ ਵਿੱਚ ਆਮ ਧਰਮਾਂ ਵਿੱਚ ਕਿਹਾ ਜਾਂਦਾ ਵੀ ਜੇ ਤੁਹਾਨੂੰ ਕੋਈ ਅਨੁਭਵ ਵੀ ਹੁੰਦਾ ਤਾਂ ਦੱਸੋ ਨਾ। ਅਤੇ ਦੂਜੀ ਚੀਜ਼ ਆ ਕਿ ਮੈਂ ਸੋਚਦੀ ਸੀ ਹਾਰਟ ਅਟੈਕ ਆ, ਮੈਨੂੰ ਤਾਂ ਪਤਾ ਵੀ ਨਹੀਂ ਸੀ ਇਹ ਕੋਈ ਮੇਰਾ ਅਨੁਭਵ ਆ। ਅਤੇ ਪਰ ਮੈਂ ਸੋਚਿਆ ਚਲੋ ਜੀ 2-3 ਦਿਨ ਬੀਤੇ, ਅਤੇ ਉਸ ਤਰ੍ਹਾਂ ਮੈਂ 2-3 ਦਿਨ ਡਰ ਗਈ, ਨਹੀਂ ਕੀਤਾ। ਅਤੇ 3 ਕੁ ਦਿਨ ਬੀਤ ਗਏ, ਅਤੇ ਫਿਰ ਮੈਂ ਚੰਗੀ ਭਲੀ ਦੇ ਡੰਗੇ ਲਾਉਂਦੀ ਫਿਰਦੀ ਸੀ, ਬੜੀ ਸੋਹਣੀ ਸੀ। ਅਤੇ ਮੈਂ ਅੱਜ ਤੋਂ ਕਿਤੇ ਕਿੰਨੇ ਕੁ ਸਾਲਾਂ ਦੀਆਂ ਗੱਲਾਂ ਆ, ਜੇ ਹੁਣ ਮੇਰੀ 70 ਸਾਲ ਦੀ ਉਮਰ ਹੋ ਚੱਲੀ ਹੈ, ਅਤੇ ਅੱਜ ਤੋਂ ਅੱਧ ਪਿੱਛੇ ਲੈ ਜਾਓ ਤੁਸੀਂ, 35 ਸਾਲ ਬੀਤ ਗਏ ਇਸ ਗੱਲ ਨੂੰ। ਅਤੇ ਜਦੋਂ ਪ੍ਰਭੂ ਦੇ ਵਿੱਚ ਤਾਂ ਸਿਰਫ ਮੈਂ ਆਈ ਹਾਂ ਹੁਣ 5 ਸਾਲ 5.5 ਸਾਲ ਅਜੇ ਹੋਏ ਸਿਰਫ ਹੁਣ ਆਈ ਹਾਂ। ਅਤੇ ਉਸ ਵੇਲੇ ਜਦੋਂ ਮੈਨੂੰ ਇੱਦਾਂ 3 ਕੁ ਦਿਨ ਬੀਤੇ, ਅਤੇ ਫਿਰ ਮੈਂ ਕਿਹਾ ਨਹੀਂ ਚਲੋ ਠੀਕ ਠਾਕ ਆ। ਉਹ ਤਾਂ ਹਾਰਟ ਅਟੈਕ ਹੀ ਸ਼ਾਇਦ ਹੋਇਆ ਸੀਗਾ, ਦੁੱਖ ਤਾਂ ਕੋਈ ਹੈ ਨਹੀਂ, ਮਤਲਬ ਕਿ ਸਰੀਰ ਨੂੰ ਵੀ ਕੋਈ ਸਾਹ ਸੂਹ 'ਚ ਵੀ ਕੋਈ ਤੰਗੀ ਨਹੀਂ, ਕੋਈ ਕਾਸੇ 'ਚ ਨਹੀਂ। ਅਤੇ ਚਲੋ ਅੱਜ ਫਿਰ ਅਭਿਆਸ ਕਰੀਏ। ਜਦੋਂ ਅਭਿਆਸ ਮੈਂ ਦੂਜੀ ਵਾਰੀ ਕੀਤਾ ਅਤੇ ਪਟਾਕਾ ਉਹੀ ਪੈ ਗਿਆ। ਪ੍ਰੇਮੀ ਜਿਹਨੂੰ ਜਾਣਿਓ, ਪਟਾਕਾ ਜਦ ਪੈ ਗਿਆ ਨਾਲ ਹੀ ਆਵਾਜ਼ ਵੀ ਕਰਨਾ ਚਾਹ ਗਈ ਵੀ ਇਹ ਹਾਰਟ ਅਟੈਕ ਨਹੀਂ, ਇਹ ਤਾਂ ਪਰਮੇਸ਼ਰ ਨੂੰ ਮਿਲਣ ਦਾ ਰਾਹ ਆ। मोहे मरने का चाव है, मरो तो हर के द्वार, मत हर पूछे कौन है परा हमारे बार। ਹਾਂ ਅਤੇ ਇਹ ਉਹ ਮਰੇ ਪੈ ਨੂੰ ਪ੍ਰਭੂ ਪੁੱਛ ਲਵੇ ਕਿਤੇ ਮੇਰੀ ਡੋਰ ਦੇ ਕੇ ਕੌਣ ਪਿਆ ਹੈ। ਬਸ ਇੱਦਾਂ
ਜਦੋਂ ਇਹ ਆਵਾਜ਼ ਆਈ ਤੇ ਮੈਨੂੰ ਨਾਲ ਅੰਦਰ ਖੁਸ਼ੀ ਵੀ ਆ ਗਈ, ਪਰ ਸਰੀਰ ਮੇਰਾ ਸੱਚੀ ਮੁੱਚੀ ਉੱਦਾਂ ਹੀ ਡਿੱਡ ਆ ਤੇ ਮੇਰਾ ਸਾਹ ਕੋਈ ਨਹੀਂ ਆ ਰਿਹਾ ਤੇ ਦਿਮਾਗ ਮੇਰਾ ਚੱਲਦਾ ਸੀਗਾ। ਮੈਨੂੰ ਉਹ ਸੀਨ ਉਸ ਵੇਲੇ ਦੇ ਚੇਤੇ ਆਉਂਦੇ ਆ ਜਦੋਂ ਇਹ ਤਾਂ ਹੋਈ। ਮੈਨੂੰ ਮੈਂ ਜਦੋਂ ਇਸ ਤਰ੍ਹਾਂ ਹੋਈ, ਉਸੇ ਤਰ੍ਹਾਂ ਮੈਂ ਬਹੁਤ ਸ਼ਾਰਟਕਟ ਕਰਾਂ ਕਿ ਸੇਮ ਹੀ ਜਿੱਦਾਂ ਮੈਂ ਪਹਿਲੀ ਵਾਰੀ ਸਿੰਖ 'ਤੇ ਗਈ ਸੀ, ਇੱਦਾਂ ਹੀ ਪਰਮੇਸ਼ਰ ਨੇ ਮਿਹਰ ਕਰ ਦਿੱਤੀ। ਟੰਕਾ ਜੁੜ ਗਿਆ, ਮੌਤ ਤੋਂ ਬਚਾਅ ਹੋ ਗਿਆ। ਔਰ ਮੈਂ ਫਿਰ ਉੱਥੇ ਜਾ ਕੇ ਪਾਣੀ ਪੀਤਾ। ਅਤੇ ਆਮ ਆਪਣੇ ਧਰਮਾਂ ਦੇ ਵਿੱਚ ਸਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਆਪਣਾ ਐਕਸਪੀਰੀਅੰਸ ਅਨੁਭਵ ਕਿਸੇ ਨੂੰ ਨਾ ਦੱਸੋ। ਇੱਕ ਹੀ ਪ੍ਰਭੂ ਦੀ ਬਾਣੀ ਆ ਪਰਮੇਸ਼ਰ ਦੀ ਸਿੱਧੀ, ਜਿਹੜੀ ਕਹਿੰਦੀ ਆ ਵੀ ਅਨੁਭਵ ਦੁਹਾਈ ਦੇ ਕੇ ਦੱਸੋ, ਟੈਸਟ ਮੁਨੀਆਂ ਦਵਾਈ ਦੇ ਕੇ ਦੇਵੋ, ਉਨੀਆਂ ਵਧੂਗੀਆਂ। ਅਤੇ ਮੈਂ ਇਹਨੂੰ ਉਮਰ ਭਰ ਲਈ ਲੁਕੋ ਕੇ ਰੱਖਿਆ ਹੋਇਆ, ਨਹੀਂ ਹਿਆਂ ਪੈਂਦਾ ਸੀਗਾ ਦੇਣ ਨੂੰ ਵੀ ਐਵੇਂ ਕੀ ਸ਼ੋ ਆਫ ਕਰਨੀ ਆ, ਐਵੇਂ ਕੀ। ਪਰ ਹੁਣ ਬਹੁਤ ਪ੍ਰੇਮੀਆਂ ਨੇ ਮੰਗੀ ਆ, ਬਹੁਤ ਜ਼ਿਆਦਾ ਪ੍ਰੇਮੀਆਂ ਨੇ ਮੰਗੀ ਆ ਨਾ, ਅਤੇ ਤਾਂ ਮਨ ਬਣਿਆ ਵੀ ਨਹੀਂ ਜ਼ਰੂਰ ਦਿਓ। ਕਿ ਨਾ ਕਿ ਤੇਰੀ ਟੈਸਟਮਨੀ ਤੋਂ ਕਈ ਰੂਹਾਂ ਬਚਣਗੀਆਂ, ਪਰਮੇਸ਼ਰ ਮਿਹਰ ਕਰੇ ਅਤੇ ਬਚਣ। ਬਸ ਜਦੋਂ ਇੱਦਾਂ ਦੀ ਆਵਾਜ਼ ਨੇ ਮੈਨੂੰ ਸੀ ਅਤੇ ਫਿਰ ਉਸੇ ਤਰ੍ਹਾਂ ਮੈਂ ਸਿੰਖ 'ਤੇ ਗਈ, ਉਸੇ ਤਰ੍ਹਾਂ ਮੈਂ ਪਾਣੀ ਪੀਤਾ। ਅਤੇ ਦੱਸਣਾ ਕਿਸੇ ਨੂੰ ਨਹੀਂ, ਕਿਉਂਕਿ ਮੈਂ ਗੁਰੂ ਮਤਲਬ ਆਪਣੇ ਜਿਹੜੇ ਸੁਣੇ ਹੋਏ ਸੀ ਬਚਨ ਵੀ ਕਿਸੇ ਨੂੰ ਅਨੁਭਵ ਸ਼ੇਅਰ ਨਹੀਂ ਕਰਨਾ। ਅਤੇ ਮੈਂ ਤਾਂ ਬੜੀ ਹੈਰਾਨ ਕਿ ਇੰਨੀ ਖੁਸ਼ ਵੀ ਕਿ ਮਗਰ ਇਹ ਹੋਇਆ, ਪਰ ਹੁਣ ਇੱਥੋਂ ਬਚਣਾ ਕਿੱਦਾਂ ਹੈ, ਇਹ ਪਤਾ ਹੀ ਨਹੀਂ ਲੱਗਦਾ ਕੀ ਕਰਾਂ ਅਤੇ ਕਿੱਧਰ ਜਾਵਾਂ। ਅਤੇ ਹੁਣ ਥੋੜ੍ਹੇ ਦਿਨ ਮਸਕੀਨ ਜੀ ਉੱਘੇ ਕੌਮ ਦੇ ਸੰਤ ਮਹਾਂਪੁਰਸ਼, ਅਤੇ ਉਹਨਾਂ ਨਾਲ ਮੇਰਾ ਬੜਾ ਪਿਆਰ ਸੀ। ਉਹ ਕਥਾਵਾਚਕ ਸੀ ਅਤੇ ਸਾਡੇ ਘਰ ਵੀ ਆਉਂਦੇ ਸੀ, ਉਹਨਾਂ ਨੂੰ ਪ੍ਰਸ਼ਾਦਾ ਪਾਣੀ ਵੀ ਕਰਨਾ, ਅਤੇ ਬੜੀ ਇੱਜ਼ਤ ਬਹੁਤ ਪਿਆਰ ਉਹਨਾਂ ਦਾ ਅਸੀਂ ਵੀ ਕਰਦੇ ਸੀ ਅਤੇ ਉਹ ਵੀ ਮੇਰਾ ਬਹੁਤ ਕਰਦੇ ਸੀ। ਕਈ ਉਹਨਾਂ ਨੂੰ ਥਾਵਾਂ 'ਤੇ ਟੈਲੀਫੋਨ ਦੇਣ ਦੀ ਲੋੜ ਪੈਣੀ, ਪ੍ਰਭੂ ਦੀ ਬਰਾਗ ਦੇ ਬਾਰੇ, ਗੱਲਬਾਤ ਬਾਰੇ, ਗੁਰਬਾਣੀ ਬਾਰੇ, ਤਾਂ ਉਹਨਾਂ ਕਹਿਣਾ ਬਈ ਹਰਭਜਨ ਕੌਰ ਬੀਬੀ ਦਾ ਆਪ ਨੰਬਰ ਲੈ ਲਓ, ਤੁਸੀਂ ਉਹਨੂੰ ਫੋਨ ਕਰ ਲਿਓ, ਹੈ ਨਾ। ਅਤੇ ਜੋ ਤੁਹਾਡਾ ਮਸਲਾ ਜਿਹੜਾ ਉਹ ਕਾਫੀ ਤੁਹਾਨੂੰ ਸਮਝਾਉਣਗੇ ਕਿ ਜੋ ਉਹਦਾ ਨਾਲ ਬੀਤੀ ਆ ਅਤੇ ਉਹ ਕਿੱਥੋਂ ਦੀ ਲੰਘੇ ਆ। ਜਿਹੜਾ ਬੰਦਾ ਰਸਤੇ 'ਚ ਲੰਘਿਆ ਹੋਵੇ ਉਹੀ ਦੱਸ ਸਕਦਾ ਆ। ਚਿੱਠੀਆਂ ਪੜ੍ਹ ਕੇ ਤਾਂ ਗੱਲਾਂ ਉਹ ਨਹੀਂ ਬਣਦੀਆਂ ਕਿ ਤੁਸੀਂ ਹੁਣ ਮੇਰੀ ਗੱਲ ਨੂੰ ਤੁਸੀਂ ਸੁਣ ਲਿਆ ਅਤੇ ਇਹ ਤੁਹਾਡੀ ਚਿੱਠੀ ਨਹੀਂ ਗੀ, ਮੇਰੀ ਚਿੱਠੀ ਆ। ਪਰ ਤੁਹਾਡੀ ਚਿੱਠੀ ਉਦੋਂ ਬਣੂਗੀ ਜੇ ਤੁਹਾਡੇ 'ਤੇ ਬੀਤੂਗੀ। ਤੁਸੀਂ ਇਹਨੂੰ ਸੁਣ ਕੇ ਵੀ ਆਪਣੀ ਚਿੱਠੀ ਬਣਾ ਸਕਦੇ ਆ, ਇਹਨਾਂ ਅਭਿਆਸ ਨੂੰ ਸੁਣ ਕੇ ਵੀ ਆਪਣੀ ਚਿੱਠੀ ਬਣਾ ਸਕਦੇ ਹਾਂ। ਪਰ ਉਹਨਾਂ ਚਿਰ ਤੁਹਾਡੀ ਚਿੱਠੀ ਨਹੀਂ ਗੀ, ਉਹਨਾਂ ਚਿਰ ਤੁਹਾਡੇ 'ਤੇ ਇਹਨੇ ਕੰਮ ਇੱਦਾਂ ਨਹੀਂ ਕਰਨਾ ਕਿ ਜਿਸ ਤਰ੍ਹਾਂ ਮੇਰੇ 'ਤੇ ਕੀਤਾ ਤੁਹਾਡੇ 'ਤੇ ਉਦੋਂ ਕਰੂ ਜਦੋਂ ਅੰਦਰ ਦੀ ਭਾਵਨਾ ਉਸੇ ਤਰ੍ਹਾਂ ਦੀ ਹੋ ਗਈ, ਜਿਸ ਤਰ੍ਹਾਂ ਦੀ ਪਰਮੇਸ਼ਰ ਮੰਗਦਾ ਆ। ਤੜਫ, ਉਹ ਤੜਫ ਪੈਦਾ ਹੋ ਗਈ ਜਦੋਂ, ਉਦੋਂ ਉਹ ਤੁਹਾਡੀ ਚਿੱਠੀ ਬਣ ਜਾਊ। ਫਿਰ ਤੁਹਾਨੂੰ ਯਕੀਨ ਆਊ ਕਿ ਵਾਕਿਆ ਕੀ ਪਰਮੇਸ਼ਰ ਦਾ ਪ੍ਰੇਮ ਐਵੇਂ ਨਹੀਂ ਸੂਲੀਆਂ 'ਤੇ ਚੜ੍ਹ ਗਏ, ਐਵੇਂ ਨਹੀਂ ਬੰਦ ਕਟਾ ਲਿਆ, ਐਵੇਂ ਹੀ ਨਹੀਂ ਹਾਲੇਲੂਇਆ ਕਰੂਸ 'ਤੇ ਚੜ੍ਹਨਾ ਮਨਜ਼ੂਰ ਕਰ ਲਿਆ। ਹਾਲੇਲੂਇਆ ਉਹਦੀ ਪ੍ਰੀਤੀ ਅਨੋਖੀ ਆ, ਐਵੇਂ ਨਹੀਂ ਉਬਲਦੀਆਂ ਦੇਗਾਂ ਵਿੱਚ ਉਬਲ ਗਿਆ, ਉਹਦੀ ਪ੍ਰੀਤੀ ਅਨੋਖੀ ਆ, ਹੈ ਨਾ। ਅਤੇ ਪ੍ਰਭੂ ਜੀ ਸਾਡੇ ਵਾਸਤੇ ਜਿਸ ਤਰ੍ਹਾਂ ਆਏ, ਉਹ ਆਪਾਂ ਆਪਣੇ ਨੂੰ ਬਾਅਦ ਵਿੱਚ ਗੱਲ ਕਰਦੇ ਹਾਂ, ਆਪਾਂ ਟੈਸਟਮਨੀ ਦੇ ਵਿੱਚ ਹੀ ਰਹੀਏ। ਹਾਂਜੀ, ਅਤੇ ਦੇਖੋ ਜੀ, ਉਹ ਮੈਂ ਕਿਹਾ ਕਿ ਮਸਕੀਨ ਜੀ ਆਉਣ ਤਾਂ ਹੁਣ ਛੇਤੀ ਮੈਂ ਉਹਨਾਂ ਨੂੰ ਦੱਸਾਂ ਕਿ ਇੱਦਾਂ ਦੀ ਬੀਤੀ ਆ ਮੇਰੇ ਨਾਲ ਕਿ ਮਸਕੀਨ ਜੀ ਬਾਬਾ ਜੀ ਕੀ ਕਰਾਂ ਮੈਂ ਹੁਣ, ਅੱਗੇ ਕੀ ਹੋਊਗਾ। ਅਤੇ ਜਿਸ ਦਿਨ ਹਫ਼ਤਾ ਕੀ ਉਹਨਾਂ ਦੇ ਆਉਣ 'ਚ ਰਹਿੰਦਾ ਸੀਗਾ, ਹਫ਼ਤਾ 10 ਦਿਨ ਮਸਕੀਨ ਜੀ ਆ ਗਏ। ਉਹਨਾਂ ਨੂੰ ਫੋਨ ਕੀਤਾ ਅਤੇ ਉਹ ਕਹਿੰਦੇ ਬੇਟਾ ਤੁਸੀਂ ਵਰੀਮੋਟ ਗੁਰਦੁਆਰੇ ਆਉਂਦੇ ਹੁੰਦੇ ਸੀ, ਸਿੱਧੇ ਇਸੇ ਗੁਰਦੁਆਰੇ ਪਹੁੰਚਦੇ ਸੀ। ਅਤੇ ਇਹ ਗੁਰਦੁਆਰਾ ਸਾਨੂੰ ਨਜ਼ਦੀਕ ਸੀਗਾ, ਵਰੀਮੋਟ ਗੁਰਦੁਆਰਾ ਕੈਲੀਫੋਰਨੀਆ 'ਚ। ਅਤੇ ਮੈਨੂੰ ਕਹਿੰਦੇ ਵੀ ਬੇਟਾ ਬਹੁਤ ਅਲਤਾਵਲੇ ਲੱਗਦੇ ਆ। ਜਿਵੇਂ ਕਿਹਾ ਹਾਂਜੀ ਬਾਬਾ ਜੀ ਬਾਹਲੀ ਜ਼ਰੂਰੀ ਮਿਲਣਾ ਆ। ਉਹ ਕਹਿੰਦੇ ਠੀਕ ਹੈ, ਅਸੀਂ ਮਤਲਬ ਅੱਜ ਆਏ ਤਾਂ ਅਸੀਂ ਅੱਜ ਹੀ ਹਾਂ, ਪਰ ਰੈਸਟ ਵੀ ਕਰਨੀ ਆ ਥੋੜ੍ਹੀ। ਪਰ ਐਨੀਵੇ ਤੁਹਾਡੇ ਵਾਸਤੇ ਖੁੱਲ੍ਹਾ ਟਾਈਮ ਆ, ਤੁਸੀਂ ਫਟਾਫਟ ਆ ਜਾਓ, ਅਸੀਂ ਕਿਸੇ ਨੂੰ ਟਾਈਮ ਨਹੀਂ ਦਿੰਦੇ, ਤੁਹਾਨੂੰ ਹੀ ਦੇਵਾਂਗੇ। ਜਦੋਂ ਮੈਂ ਆਪਣੀ ਗੱਡੀ ਚੱਕੀ ਚੱਲ ਗਈ, ਜਦੋਂ ਜਾ ਕੇ ਮੈਂ ਸਾਰੀ ਗੱਲ ਦੱਸੀ, ਉਹ ਮੁਸਕਰਾਉਣ ਲੱਗ ਪਿਆ। ਬਹੁਤ ਗਿਆਨੀ ਸੀ, ਵਿਦਵਾਨ ਸੀ, ਭਿੱਜੀ ਹੋਈ ਰੂਹ ਸੀ ਉਹ ਜਦੋਂ ਉਹਨਾਂ ਦਾ ਅੰਤ ਹੋਇਆ ਸਟੇਜ 'ਤੇ ਕਥਾ ਕਰਦੇ ਹੀ ਉਹ ਚੜ੍ਹਾਈ ਕਰ ਗਏ। ਬਹੁਤ ਭਿੱਜੀ ਰੂਹ ਸੀਗੀ ਉਹ। ਮੈਨੂੰ ਆਪਣੀ ਵਾਰਤਾ ਸਾਰੀ ਦੱਸਦੇ ਹੁੰਦੇ ਸੀਗੇ, ਕਿੱਦਾਂ ਉਹਨਾਂ ਨੂੰ ਲੱਗਣ ਲੱਗੀ ਸੀਗੀ। ਉਹਨਾਂ ਦੀ ਮਾਤਾ ਘਰ ਵਾਲੀ ਵੀ ਮੇਰੇ ਕੋਲ ਆ ਕੇ ਉਹਨਾਂ ਨੇ ਮੇਰੇ ਕੋਲ ਰਹਿਣਾ, ਅਤੇ ਉਹਨਾਂ ਦੇ ਬੱਚਿਆਂ ਨੇ ਵੀ ਆਉਣਾ,
ਤੇ ਉਹਨਾਂ ਨੇ ਵੀ ਆਣ ਕੇ, ਉਹ ਰਹਿੰਦੇ ਤੇ ਨਹੀਂ ਸੀ ਮਸਕੀਨ ਜੀ, ਤੇ ਕਦੀ ਕਿਸੇ ਦੇ ਘਰ ਰਹਿੰਦੇ ਹੀ ਨਹੀਂ ਸੀਗੇ, ਕਦੀ ਨਹੀਂ ਸੀ ਉਹਨਾਂ ਦਾ ਨਿਯਮ ਸੀ। ਉਹਨਾਂ ਬਾਬਿਆਂ ਵਰਗੂ ਬਾਬੇ ਨਹੀਂ ਸੀਗੇ ਕਿ ਮਤਲਬ ਕਿ ਕਿਸੇ ਦੇ ਘਰ ਡੇਰਾ ਲਾਉਣਾ ਰਹਿਣਾ, ਹਾਂ ਨੋ ਨੋ ਨੋ, ਗੁਰਦੁਆਰੇ ਤੇ ਗੁਰਦੁਆਰੇ ਰਹਿਣਾ, ਕਿਸੇ ਦੇ ਘਰ ਰਾਤ ਨਹੀਂ ਕੱਟਣੀ ਉਹਨਾਂ ਨੇ। ਤੇ ਮਾਤਾ ਜੀ ਮੇਰੇ ਕੋਲ ਰਹਿ ਲੈਂਦੇ ਸੀਗੇ ਕਦੀ ਕਦੀ। ਤੇ ਜਦੋਂ ਉਹਨਾਂ ਨੇ ਮੈਨੂੰ ਗੱਲ ਸੁਣੀ ਤੇ ਬਹੁਤ ਖੁਸ਼ ਹੋਏ, ਪਿਆਰ ਕੀਤਾ, ਤੇ ਕਹਿੰਦੇ ਬੇਟਾ ਇਹ ਤਾਂ ਬੜਾ ਵਿਖੜਾ ਪੈਂਦਾ ਆ ਜਿੱਥੇ ਤੈਨੂੰ ਪਰਮਾਤਮਾ ਲੈ ਕੇ ਆਇਆ, ਤੇਰੇ ਹੰਝੂ ਤੈਨੂੰ ਲੈ ਕੇ ਆਇਆ, ਤੇਰੀ ਤੜਫ ਤੈਨੂੰ ਲੈ ਗਈ ਆ। ਇਹ ਤਾਂ ਬਹੁਤ ਭਾਗਾਂ ਵਾਲੇ ਦੇ ਹਿੱਸੇ ਇਹ ਵਾਰੀ ਆਉਂਦੀ ਆ। ਤੇ ਕਹਿੰਦੇ ਬੇਟਾ ਇਹ ਕੰਮ ਜਿਹੜਾ ਆ ਇਹ ਸੌਖਾ ਨਹੀਂ, ਪਰ ਔਖਾ ਆ। ਕਬੀਰ ਜੀ ਦੀ ਬਾਣੀ ਤੈਨੂੰ ਕੰਠ ਆ, ਮੈਨੂੰ ਕਹਿੰਦੇ ਹਨਾ, ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਬਾਰ। ਤੇ ਉਹ ਗੱਲਾਂ ਮੈਨੂੰ ਤੁਖਾਂ 2-4 ਸਾਰੀਆਂ ਗੁਰਬਾਣੀ ਦੀਆਂ ਹੁਣ ਮੈਂ ਨਾ ਪੜ੍ਹਾਂ, ਇਹਦੇ ਨੂੰ ਤੁਰ ਜਾਊਗੀ ਮੇਰੀ ਲਗਨ। ਨਹੀਂ ਤਾਂ ਬੜੀਆਂ ਸੁਣਾਈਆਂ ਜਦੋਂ ਮੇਰੇ ਨਾਲ ਕੀਤੀਆਂ, ਤੇ ਮੈਨੂੰ ਕਹਿੰਦੇ ਬੇਟਾ ਰਾਹ ਇਹੋ ਹੀ ਆ ਜਿਹੜਾ ਤੈਨੂੰ ਮਿਲਿਆ ਆ, ਰਾਹ ਇਹੋ ਹੀ ਆ ਪਰਮੇਸ਼ਰ ਨੂੰ ਮਿਲਦਾ, ਹੋਰ ਕੋਈ ਰਾਹ ਨਹੀਂ। ਮੁਰਦਾ ਹੋਏ ਮਰੀਦ ਨਾ ਗੱਲੀ ਹੋਣ, ਗੱਲਾਂ ਨਾਲੇ ਵੀ ਗੱਲੀਆਂ ਸੀ ਚੰਗੀਆਂ ਤੇ ਅਚਾਰੀ ਬੁਰੀਆਂ, ਮਨੋ ਕਸੁੱਧਾ ਕਾਲੀਆਂ ਤੇ ਬਾਹਰੋਂ ਚਿਟਵੜੀਆਂ, ਰੀਸਾਂ ਕਰੇ ਤਨਾੜੀਆਂ ਜੋ ਸੇਵੇ ਦਰ ਖੜੀਆਂ, ਜਿਨ੍ਹਾਂ ਦੇ ਅੰਦਰ ਪ੍ਰੇਮ ਆ ਨਾਲ ਖਸਮੀ ਰਤੀਆਂ। ਅੱਠੇ ਪੈਰ ਆਪਣੇ ਪਰਮੇਸ਼ਰ ਦੀਆਂ ਗੱਲਾਂ, ਆਪਣੇ ਪ੍ਰਭੂ ਦੀਆਂ ਗੱਲਾਂ ਜਿਨ੍ਹਾਂ ਦੇ ਹਿਰਦੇ 'ਚ ਸਮਾਈਆਂ ਆ, ਹੈ ਨਾ, ਉਹ ਨਮਾਣੇ ਮਾਨਿਆ ਉਹਨਾਂ ਦੇ ਮਨ 'ਚ ਕੋਈ ਮੈਂ ਦੇ ਹੰਕਾਰ ਨਹੀਂ ਪਏ ਵੀ ਮੈਂ ਮੇਰਾ ਗਿਆਨ ਮੇਰਾ ਗਿਆਨ ਹੁਣ ਵੀ ਕੋਈ ਨਹੀਂ, ਮੇਰਾ ਕੀ ਗਿਆਨ ਹੈ, ਮੇਰਾ ਕੀ ਹੈ, ਕੁਛ ਵੀ ਨਹੀਂ। ਮੇਰੀ ਬੋਲਦੀ ਦਾ ਹੁਣੀ ਪੋਤੀ ਬੰਦ ਮੇਰੀ ਕਰ ਦੇਵੇ। ਕਹਿਣਾ ਆ ਬੀਬੀ ਬੜੀ ਸੋਹਣੀ ਆਨੰਦ ਦੇ ਨਾਲ ਗੱਲਾਂ ਬਾਤਾਂ ਕਰ ਰਹੀ ਸੀਗੀ, ਤਾਂ ਇੱਥੇ ਦੇਖਿਆ ਆਣ ਕੇ ਬੱਚਿਆਂ ਨੇ ਕਹਿਣਾ ਧੌਣ ਲੁੱਟ ਕੇ ਬੈਠੀ ਸੀ। ਬਸ ਉਹ ਸੁੱਚ ਆਫ ਕਰ ਦੇਵੇ ਜਾਂ ਔਨ ਕਰ ਦੇਵੇ, ਮਰਜ਼ੀ ਤਾਂ ਉਹਦੀ ਹੈ। ਤੇ ਅਸੀਂ ਨਾ ਕੋਈ ਗਿਆਨੀ ਤੇ ਨਾ ਕੋਈ ਵਿਦਵਾਨ ਆ, ਤੇ ਨਾ ਕੋਈ ਤਿੰਨਾਂ ਲੋਕਾਂ ਵਿੱਚ ਕੋਈ ਕੁਛ ਨਹੀਂ ਹੈਗਾ, ਇੱਕ ਪਰਮੇਸ਼ਰ ਤੋਂ ਸਿਵਾ। ਇਸ ਕਰਕੇ ਗੁਰਬਾਣੀ ਦੀ ਇੰਨੀ ਨਿਰਮਤਾ ਵਿੱਚ ਗੁਰੂਆਂ ਨੇ ਸਾਨੂੰ ਸਮਝਾਇਆ ਸੀ, ਪਰ ਸਾਡੀ ਕਿਸਮਤ ਕਿ ਅਸੀਂ ਸਮਝਦੇ ਨਹੀਂ, ਬੜੀ ਨਿਰਮਤਾ, ਕਿਉਂਕਿ ਰੂਹਾਂ ਉਹ ਪਰਮੇਸ਼ਰ ਦੇ ਨਾਲ ਮਿਲੀਆਂ ਹੋਈਆਂ ਆਈਆਂ, ਉਹਨਾਂ ਨੇ ਸਾਨੂੰ ਸਮਝਾਇਆ। ਪਰ ਜੇ ਅਸੀਂ ਨਹੀਂ ਸਮਝੇ ਤਾਂ ਸਾਡੀ ਗੱਲ ਮਾੜੀ ਹੈ ਨਾ, ਸਾਡਾ ਦੋਸ਼ ਆ। ਗੁਰਬਾਣੀ ਦਾ ਤਾਂ ਦੋਸ਼ ਕੋਈ ਨਹੀਂ ਕਿ ਉਹਦੇ 'ਚ ਕਿਤੇ ਵੀ ਹੈ ਨਹੀਂ ਕਿ ਉਹਨਾਂ ਨੇ ਕਿਹਾ ਹੋਵੇ ਕਿ ਅਸੀਂ ਰੱਬ ਆ। ਉਹ ਕਹਿੰਦੇ ਨਹੀਂ, ਰੱਬ ਉਹ ਜਿਹਨੇ ਤਿੰਨਾਂ ਲੋਕਾਂ ਨੂੰ ਬਣਾਇਆ, ਰੱਬ ਉਹ ਆ ਜਿਹਨੇ ਧੁੰਦੂਕਾਰੇ ਤੋਂ ਪ੍ਰਕਾਸ਼ ਕੀਤਾ, ਰੱਬ ਉਹ ਆ ਜਿਹਨੇ ਹਨੇਰਾ ਪ੍ਰਕਾਸ਼ ਪੈਦਾ ਕੀਤੀ, ਧਰਤੀ ਪੈਦਾ ਕੀਤੀ, ਅਸਮਾਨ ਪੈਦਾ ਕੀਤਾ। ਮਤਲਬ ਕਿ ਰੱਬ ਉਹ ਆ। ਆਪਾਂ ਕਥਾ ਵੱਲੋਂ ਨਾ ਚਾਹੀਏ, ਫਿਰ ਇੱਥੇ ਲੈ ਆਈਏ ਮੇਰੀ ਟੈਸਟਮਨੀ ਦੀ ਗੱਲ। ਇੱਦਾਂ ਦੀ ਗੱਲ ਜਦੋਂ ਹੋਈ, ਉਹ ਕਹਿੰਦੇ ਬੀਬਾ ਰਾਹ ਇਹ ਹੋਈ ਆ, ਇਸ ਤੋਂ ਦੂਜਾ ਰਾਹ ਨਹੀਂ। ਹੁਣ 32 ਮਿੰਟ ਹੋ ਗਿਆ ਆ, ਆਪਾਂ ਦੂਜੀ ਸ਼ੁਰੂ ਕਰ ਲੈਂਦੇ ਹਾਂ ਨਾਲ ਲੱਗਦੀ। ਇਹ ਹੁਣ ਹੋ ਗਈ ਆ ਇੱਕ ਨੰਬਰ 1 ਟੈਸਟਮਨੀ ਹੋ ਗਈ ਆ ਦਾ ਪਾਰਟ ਪਹਿਲਾ, ਤੇ ਹੁਣ ਆਪਾਂ ਦੂਜੇ ਪਾਰਟ ਵਿੱਚ ਚੱਲਦੇ ਹਾਂ।